ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਆਪ ਰੋਜ਼ਾਨਾ ਹੀ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਸਤਿਗੁਰੂ ਦੀ ਖੁਸ਼ੀਆਂ ਆਪਣੀ ਝੋਲੀ ਵਿੱਚ ਪਵਾ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ, ਜਿਹਦੀ ਬਾਬਤ ਗੁਰੂ ਸਾਹਿਬ ਨੇ ਵੀ ਕਿਹਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਇਸ ਕਰਕੇ ਇਸ ਲਾਹਾ ਨੂੰ ਲੈਣ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ। ਗੁਰੂ ਮਹਾਰਾਜ ਕਿਰਪਾ ਕਰਨ। ਆਓ, ਜਿਸ ਤਰ੍ਹਾਂ ਸੇਵਕਾਂ ਪਾਸੋਂ ਹੁਕਮ ਹੋਇਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਕੁਚੱਜੀ ਅਤੇ ਸੁਚੱਜੀ, ਇਹ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 762 ਅੰਕ 'ਤੇ ਨੇ। ਤੀਜਾ ਸ਼ਬਦ ਗੁਣਵੰਤੀ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ। ਸੋ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇਸ ਬਾਣੀ ਦੇ ਵਿੱਚ ਕੀ ਕੁਝ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ, ਅਸੀਂ ਮਨ ਬਿਰਤੀ ਇਕਾਗਰ ਕਰੀਏ। ਗੁਰੂ ਨਾਨਕ ਪਾਤਸ਼ਾਹ ਦੇ ਉਸ ਮੈਸੇਜ ਨੂੰ, ਉਸ ਕੁਚੱਜੀ ਜਿਹੜੀ ਜੀਵ ਇਸਤਰੀ ਹੈ ਉਹਦੇ ਬਾਰੇ ਅਤੇ ਸੁਚੱਜੀ ਬਾਰੇ ਅਤੇ ਗੁਣਵੰਤੀ ਬਾਰੇ ਮਹਾਰਾਜ ਨੇ ਕੀ ਕੀ ਸਾਡੇ ਜੀਵਨ ਵਾਸਤੇ ਕੀ ਸੇਧ ਦਿੱਤੀ ਹੈ, ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰਦੇ ਹੋਏ ਸਾਰੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਮੁੜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਕੁਚੱਜੀ ਅਤੇ ਸੁਚੱਜੀ ਸਾਧ ਸੰਗਤ, ਇਹ ਚੱਜ ਅੱਖਰ ਤੋਂ ਕੁਚੱਜ ਬਣਿਆ ਹੈ। ਵੈਸੇ ਤਾਂ ਸਾਡੇ ਘਰਾਂ ਦੇ ਵਿੱਚ ਪੰਜਾਬੀ ਕਾਫੀ ਹੱਦ ਤੱਕ ਅਲੋਪ ਹੁੰਦੀ ਜਾ ਰਹੀ ਹੈ ਅਤੇ ਅਸੀਂ ਹਿੰਦੀ 'ਚ ਕਨਵਰਟ ਹੋ ਰਹੇ ਹਾਂ, ਪਰ ਸਾਡੀ ਮਾਂ ਬੋਲੀ ਜਿਹੜੀ ਬਾਣੀ ਹੈ, ਬੋਲੀ ਹੈ, ਉਹ ਸਾਡੀ ਪੰਜਾਬੀ ਹੈ। ਅਤੇ ਜਿਹੜੇ ਹਿੰਦੀ ਬੋਲਦੇ ਨੇ ਉਹਨਾਂ ਨੂੰ ਤਾਂ ਅੱਖਰਾਂ ਦਾ ਤਾਂ ਬਿਲਕੁਲ ਵੀ ਬੋਧ ਨਹੀਂ ਹੋਣਾ। ਚੱਜ ਆਮ ਤੌਰ 'ਤੇ ਅਸੀਂ ਛੋਟੇ ਹੁੰਦੇ ਸਨ, ਪਰਿਵਾਰ ਵਿੱਚ ਅਸੀਂ ਕਹਿੰਦੇ ਸਨ, ਇਸ ਬੰਦੇ ਨੂੰ ਤਾਂ ਬਿਲਕੁਲ ਗੱਲ ਕਰਨ ਦਾ ਚੱਜ ਹੀ ਨਹੀਂ ਹੈ। ਇਹੀ ਕਹੀਦੇ ਨਾ, ਚੱਜ ਹੀ ਨਹੀਂ ਹੈ, ਭਾਵ ਕਿ ਇਹਨੂੰ ਤਰੀਕਾ ਹੀ ਨਹੀਂ ਹੈ, ਇਹਨੂੰ ਢੰਗ ਹੀ ਨਹੀਂ ਹੈ ਗੱਲ ਕਰਨ ਦਾ। ਅਤੇ ਜੇ ਅੱਗੇ ਕੱਕਾ ਲਾ ਦੇ ਤਾਂ ਕੁਚੱਜੀ ਬਣ ਜਾਂਦਾ ਹੈ, ਭਾਵ ਕਿ ਇਹ ਜੀਵਨ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿੰਦਿਆਂ, ਭਾਵ ਕਿ ਜਿਹਨੂੰ ਘਰ-ਬਾਰ ਚਲਾਉਣਾ ਨਹੀਂ ਆਉਂਦਾ,
ਜਿਹਨੂੰ ਕੋਈ ਚੱਜ ਅਚਾਰ ਨਹੀਂ ਹੈ, ਉਹਨੂੰ ਕੁਚੱਜੀ ਮਹਾਰਾਜ ਨੇ ਕਿਹਾ ਹੈ। ਜਿਹੜਾ ਰੱਬ ਤੋਂ ਭੁੱਲ ਜਾਏ, ਇੱਥੇ ਜੀਵ ਇਸਤਰੀ ਵਾਸਤੇ ਕੁਚੱਜੀ ਕਿਹਾ ਹੈ। ਤੇ ਇੱਕ ਅੱਖਰ ਸੁਚੱਜੀ, ਜਿਹੜਾ ਅਸੀਂ ਮਿਲ ਕੇ ਸਾਂਝ ਕਰਨਾ ਹੈ, ਜਿਹਨੂੰ ਪਰਿਵਾਰ ਦੇ ਵਿੱਚ ਰਹਿੰਦਿਆਂ ਘਰ-ਬਾਰ ਦਾ ਸਾਰਾ ਗਿਆਨ ਹੈ, ਘਰ ਦਾ ਕੰਮ ਵੀ ਕਰਦੀ ਹੈ, ਰਿਸ਼ਤੇਦਾਰੀਆਂ ਨਾਲ ਵੀ ਅੱਛੀ ਤਰ੍ਹਾਂ ਨਿਭਾਉਂਦੀ ਹੈ, ਤੇ ਆਮ ਤੌਰ 'ਤੇ ਕਹਿੰਦੇ ਬੜੀ ਸੁਚੱਜੀ ਘਰ ਦੀ ਨੂੰਹ ਆਈ ਹੈ। ਤੇ ਇੱਕ ਕੁਚੱਜੀ ਹੁੰਦੀ ਹੈ ਜਿਹੜਾ ਪਾੜ ਪਾ ਦਿੰਦੀ ਹੈ, ਜਿਹਨੂੰ ਚੱਜ ਹੀ ਨਹੀਂ ਹੁੰਦਾ ਜੀਵਨ ਦਾ, ਔਰ ਜਿਹਨੂੰ ਇਹੀ ਨਹੀਂ ਪਤਾ ਕਿ ਸੰਸਾਰ ਦੇ ਵਿੱਚ ਮੈਂ ਕਿਸ ਤਰ੍ਹਾਂ ਗ੍ਰਸਤ ਨਾਲ ਇਸ ਨੂੰ ਚਲਾਉਣਾ ਹੈ, ਭਾਵ ਕਿ ਉਹ ਭੁੱਲੀ ਹੋਈ ਹੈ। ਇੱਥੇ ਗੁਰੂ ਨਾਨਕ ਪਾਤਸ਼ਾਹ ਕੁਚੱਜੀ ਨੂੰ ਜੇ ਅੰਤਰਲੀ ਭਾਵ ਲਈਏ ਤੇ ਉਹ ਕਹਿੰਦੇ ਨੇ ਪਰਮਾਤਮਾ ਤੋਂ ਭੁੱਲੀ ਹੋਈ, ਵਿਕਾਰਾਂ ਨਾਲ ਬੰਧੀ ਹੋਈ ਤੇ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਗ੍ਰਸੀ ਹੋਈ ਔਰਤ, ਉਹਨੂੰ ਕੁਚੱਜੀ ਕਿਹਾ ਹੈ। ਦੇਖੋ 3 ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਹੁੰਦੇ ਨੇ ਉੱਤਮ, ਇੱਕ ਹੁੰਦੇ ਨੇ ਮਧਮ, ਤੇ ਇੱਕ ਹੁੰਦੇ ਨੇ ਕਨਿਸ਼ਟ। ਕਨਿਸ਼ਟ ਹੁੰਦੇ ਨੇ ਜਿਹੜੇ ਮਤਲਬ ਕਿ ਕੁਚੱਜ ਵਾਲੇ, ਜਿਨ੍ਹਾਂ ਕੋਲ ਕੋਈ ਵੀ ਇਸ ਤਰ੍ਹਾਂ ਕਹਿ ਲਓ ਕੋਈ ਗੁਣ ਨਹੀਂ, ਔਗਣ ਹੀ ਨੇ, ਕੁਚੱਜੀ ਹੈ। ਤੇ ਸੁਚੱਜੀ ਹੁੰਦੀ ਹੈ ਗੁਣਾਂ ਵਾਲੀ। ਤੇ ਗੁਣਵੰਤੀ ਗੁਰੂ ਅਰਜਨ ਦੇਵ ਜੀ ਨੇ ਤਾਂ ਕਮਾਲ ਹੀ ਕਰਤੀ। ਕਹਿੰਦੇ ਨੇ ਕੁਚੱਜੀ ਤੇ ਸੁਚੱਜੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀਆਂ ਬਾਣੀਆਂ ਨੂੰ ਇਕੱਠਾ ਕੀਤਾ ਨਾ, ਤੇ ਬੜੀ ਤਰਤੀਬ ਦੇ ਨਾਲ ਗ੍ਰੰਥ ਸਾਹਿਬ ਆਦਿ ਗ੍ਰੰਥ ਦੀ ਸਥਾਪਨਾ ਕੀਤੀ। ਤੇ ਮਹਾਰਾਜ ਨੇ ਫਿਰ ਤੀਜੀ ਬਾਣੀ ਗੁਣਵੰਤੀ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਦੱਸ ਦਿੱਤਾ ਕਿ ਇੱਕ ਕੁਚੱਜੀ ਹੁੰਦੀ ਏ, ਇੱਕ ਸੁਚੱਜੀ ਹੁੰਦੀ ਏ। ਜਦੋਂ ਸੁਚੱਜੀ ਬਣ ਜਾਂਦੀ ਏ, ਉਸ ਤੋਂ ਬਾਅਦ ਫਿਰ ਉੱਤਮ ਅਵਸਥਾ ਆ ਜਾਂਦੀ ਏ, ਭਾਵ ਕਿ ਉਹ ਗੁਣਾਂ ਵਾਲੀ, ਗੁਣ ਵੰਡਣ ਵਾਲੀ ਹੋ ਜਾਂਦੀ ਏ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੀਆਂ ਗੁਣ ਦੇ। ਤੋ ਅਸੀਂ ਹੁਣ ਇਸ ਵਿਚਾਰ ਆਰੰਭ ਹੋਣੀ ਹੈ। ਇਹਦੇ ਵਿੱਚ ਅਸੀਂ ਇਹ ਸੋਚਣਾ ਹੈ ਕਿ ਇਹ ਅਸੀਂ ਕਿਹੜੀ ਕੈਟੇਗਰੀ ਵਿੱਚ ਹਾਂ। ਕੁਚੱਜੀ 'ਚ ਹਾਂ, ਅਸੀਂ ਸਾਰੀਆਂ ਜੀਵ ਰੂਪੀ ਇਸਤਰੀਆਂ ਹਾਂ, ਤੇ ਹਰ ਬਾਣੀ ਫਸਟ ਪਰਸਨ ਦੇ ਉੱਤੇ ਲਿਖੀ ਗਈ ਹੈ ਕਿ ਇਹ ਬਾਣੀ ਸਾਡੇ ਵਾਸਤੇ ਲਿਖੀ ਹੈ, ਸਮਝੋ। ਔਰ ਅਸੀਂ ਕੁਚੱਜੀਆਂ ਜਾਂ ਸੁਚੱਜੀਆਂ ਜਾਂ ਗੁਣਵੰਤੀਆਂ, ਇਹ ਤੁਹਾਨੂੰ ਪਤਾ ਹੋਏਗਾ, ਮੇਰਾ ਮੈਨੂੰ ਪਤਾ ਹੋਏਗਾ, ਤੁਹਾਨੂੰ ਜਾਂ ਤੁਹਾਡੇ ਗੁਰੂ ਸਾਹਿਬ ਨੂੰ ਪਤਾ ਹੋਏਗਾ। ਤੋ ਮਹਾਰਾਜ ਇਹ ਇਸ ਬਾਣੀ ਨੂੰ ਇਸ ਤਰ੍ਹਾਂ ਜਾਪਦਾ ਹੈ, ਜਦੋਂ ਮੈਂ ਟੀਕਾ ਪੜ੍ਹਿਆ ਸਾਹਿਬ ਸਿੰਘ ਜੀ ਦਾ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮਹਾਰਾਜ ਨੇ ਕਿਸੇ ਅੰਬਾਂ ਦੇ ਪੇੜ ਦੇ ਥੱਲੇ ਬੈਠ ਕੇ, ਜਿਸ ਤਰ੍ਹਾਂ ਗੁਰਦਾਸਪੁਰ ਦੀ ਧਰਤੀ ਲਿਖੀ ਉਹਨਾਂ ਨੇ, ਸ਼ਾਇਦ ਹੋ ਸਕਦਾ ਹੋਰ ਵੀ ਕਿੱਥੇ ਲਿਖੀ ਹੋਵੇ, ਪਰ ਗਾਇਆ ਉੱਥੇ ਵੀ ਹੈ। ਕਈ ਸ਼ਬਦ ਮਹਾਰਾਜ ਨੇ ਕਈ ਜਗ੍ਹਾ 'ਤੇ ਵੀ ਗਾਏ ਨੇ। ਸੋ ਵਿਸ਼ਾ ਨਹੀਂ ਹੈ ਕਿ ਅਸੀਂ ਇਹਦਾ ਕੰਟਰੋਵਰਸ ਕਰੀਏ, ਲੇਕਿਨ ਉਹਨਾਂ ਨੇ ਇੱਕ ਵਿਚਾਰ ਦਿੱਤੀ ਹੈ ਕਿ ਕਹਿੰਦੇ ਨੇ ਮੈਨੂੰ ਜਾਪਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਗੁਰਦਾਸਪੁਰ ਦੀ ਧਰਤੀ 'ਤੇ ਅੰਬਾਂ ਦੇ ਪੇੜ ਦੇ ਥੱਲੇ ਬੈਠ ਕੇ ਇਸ ਬਾਣੀ ਨੂੰ ਉਚਾਰਿਆ ਹੈ। ਤੋ ਮਹਾਰਾਜ ਨੇ, ਕਿਉਂਕਿ ਜਿਹੜੀ ਬਾਣੀ ਹੈਗੇ ਨਾ ਜਿਹੜੇ, ਉਹਦੇ ਕਦੀ ਵੀ ਤੁਸੀਂ ਅੰਬ ਦੇ ਪੇੜ ਥੱਲੇ ਬੈਠੋ ਨਾ, ਇੱਕ ਤਾਂ ਖੁਸ਼ਬੂ ਬੜੀ ਆਉਂਦੀ ਹੈ। ਜਿਨ੍ਹਾਂ ਨੇ ਅੰਬ ਦੇ ਪੇੜ ਦੇਖੇ ਨੇ, ਠੰਡਾ ਵੀ ਹੁੰਦਾ ਹੈ ਤੇ ਛਾਂ ਵੀ ਦਿੰਦਾ ਹੈ ਤੇ ਮਿੱਠਾ ਮਿੱਠਾ ਵੀ ਲੱਗਦਾ ਹੈ, ਕਿਉਂਕਿ ਅੰਬਾਂ ਦੀ ਖੁਸ਼ਬੂ ਵੀ ਬੜੀ ਆਪਣੇ ਆਪ ਵਿੱਚ ਹੀ ਬੜੀ ਅੱਛੀ ਲੱਗਦੀ ਹੈ। ਅੱਜ ਕੱਲ੍ਹ ਅੰਬਾਂ ਦੇ ਸੀਜ਼ਨ ਸੀ, ਲੰਘ ਕੇ ਗਏ ਰਹੇ ਨੇ ਹੁਣੇ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਅੰਬਾਂ ਦੇ ਪੇੜ ਦੇ ਥੱਲੇ ਇਹ ਬਾਣੀ ਮਹਾਰਾਜ ਨੇ ਉਚਾਰੀ ਹੈ। ਤੋ ਮਹਾਰਾਜ ਹੁਣ ਇਸ ਬਾਣੀ ਨੂੰ ਆਰੰਭ ਕਰਦੇ ਹੋਏ ਕਹਿ ਰਹੇ ਨੇ, ਰਾਗ ਸੂਈ। ਮੈਂ ਅਕਸਰ ਬੇਨਤੀ ਕਰਨਾ, ਕਦੇ ਵੀ ਗੁਰਬਾਣੀ ਪੜ੍ਹੋ, ਇਸ ਨੂੰ ਇਸ ਢੰਗ ਨਾਲ ਪੜ੍ਹੋ, ਰਾਗ ਸੂਈ ਮਹੱਲਾ ਪਹਿਲਾ। ਇਵੇਂ ਨਹੀਂ ਪੜ੍ਹਨਾ ਰਾਗ ਸੂਈ ਮਹੱਲਾ ਪਹਿਲਾ, ਗਲਤ ਹੈ। ਰਾਗ ਸੂਈ ਮਹੱਲਾ ਪਹਿਲਾ ਅਰਧ ਵਿਸ਼ਰਾਮ ਦੇ ਕੇ, ਭਾਵ ਕਿ ਇਹ ਰਾਗ ਹੈ ਨਾ ਜਿਹੜਾ, ਕਿਉਂਕਿ ਬਾਣੀ ਰਾਗਾਂ ਨਾਲ ਆਧਾਰਿਤ ਹੈ, ਤੇ ਮਹਾਰਾਜ ਨੇ ਇਸ ਸੂਈ ਰਾਗ ਦੇ ਵਿੱਚ ਇਹ ਬਾਣੀ ਲਿਖੀ ਹੈ। ਰਾਗ ਸੂਈ ਮਹੱਲਾ ਪਹਿਲਾ। ਇਹ ਮਹੱਲਾ ਪਹਿਲਾ ਭਾਵ ਕਿ ਇਹ ਪਹਿਲੇ ਸਰੀਰ ਦੀ ਗੱਲ ਹੋ ਰਹੀ ਹੈ, ਭਾਵ ਕਿ ਗੁਰੂ ਨਾਨਕ ਪਾਤਸ਼ਾਹ ਜੋ ਇਸ ਦੇ ਰਾਈਟਰ ਹਨ,
जो इस बाणी नूं रचनहार ने, रचना करन वाले ने। कुचज्जी बाणी दा सिरलेख, कोई भी बाणी उचरदी है ਉਹਦਾ सिरलेख लिखिया जाता है, किस बारे लिखी गई है, तो फिर साडा माइंड उत्थे डाइवर्ट हो जाएगा। तो महाराज ने इत्थे कहा कुचज्जी जिन्हों चज नहीं है वो जीव उस्तरी, एक ओंकार सतगुर प्रसाद, ये मूल मंत्र का छोटा स्वरूप है। महाराज कहते ने हे परमात्मा तुसी एक हो, क्योंकि पहले भुलेखे सन, बड़े ही रब ने, कोई 3 रब ने, कई किन्ने ने, कईयां ने 33 करोड़ रब बने हुए सी। महाराज ने भुलेखे कढ़ के ये कह दिता कि वह परमात्मा एक है, जरे जरे विच है, सर्व व्यापक है, इस तरह कह लो एक रस है। तो महाराज वो फिर परमात्मा एक है तो मिलेगा किवें? गुरु साहब कहते हैं वो मिलेगा सतगुर प्रसाद। रब नूं पाउण दा इक्को एक तरीका है, होर कोई भी तरीका नहीं जे। किसी ने भी रब दे कोल जाना है, रब नूं पाना है, उहदे वास्ते सानू गुरु की कृपा होनी लाजमी है। क्योंकि जे गुरु नहीं जीवन दे विच गुरु धारण नहीं किया, परमात्मा तक असी पहुँच ही नहीं सकते। तो महाराज कहते हैं वो परमात्मा एक है, सर्व व्यापक है, और वो गुरु की बख्शिश द्वारा उसकी प्राप्ति होती है। हुण महाराज बाणी आरंभ करते हैं, लंबेरा शब्द है, कोशिश करांगे अज ही इस शब्द के असी विचार मिल बैठ के सांझ कर सकीए। मांजे कुचज्जी अमावन डोसड़े, ये ना लहंदे पासे की बाणी है, क्योंकि गुरु नानक पातशाह का जिहड़ा आगमन है ना वो ननकाना साहब वाल है। तो थोड़ी थोड़ी झरक मुल्तानी भाषा जिस तरह होंदी है ना, उस तरह महाराज की कई कई अखरां दे विच इस तरह का जापदा है। बाकी महाराज की मौज है। महाराज कहते हैं मांझे कुचज्जी अमावन डोसड़े, हों क्यों शो रावण जाओ जियो, इस तरह पढ़ना है। तो महाराज कहते हैं मंझ मीनस मैं, कुचज्जी महाराज देखो अपने ते टुका के, ये बड़ी वड्डी एक निमरता दी हद है। महाराज ने अपने आप नूं कुचज्जी किया है कि मेरे को कोई चज नहीं है। मंझ कुचज्जी, मैं कुचज्जी हाँ अमावन, भाव की हे परमात्मा मैं बहुत ही डोसड़े, अमावन हो गया बहुत, डोसड़े ऐबां दे नाल विकारां दे नाल भरी हुई हाँ। कुचज्जी है ना, कुचज्जी च की ने, कुचज्जी च औगण ने, मेरे विच बड़े ही औगण ने महाराज। मैं जे कुचज्जी अमावन डोसड़े, मैं मेरे विच बहुत ज़्यादा मेरे विच औगण ने, विकार ने। हों क्यों शो रावण जाओ जियो। हुण मेरे वास्ते एक सवाल है, क्यों भाव किवें, हों मैं किवें उस परमात्मा दे नाल उन्हों प्रसन्न कर सकां, उन्हों प्राप्त कर सकां। महाराज अपने आप ते टुका के कह रहे हैं मैं कुचज्जी हाँ। महाराज कुचज्जी हो सकते हैं? नहीं, पर एक महाराज ने अपने आप ते टुका के, यही गुरबाणी की खासियत है कि गुरु साहब अपने आप नूं हुणे पढ़ के आए ना, नानक नीच कहे विचार। महाराज नीच ने नहीं। तो महाराज कहते ने मैं हे कुचज्जी हाँ, मेरे विच बड़े ऐब ने, मैं किस तरह परमात्मा नूं मिलां। तो महाराज कहते ने एक दू एक चढ़ंदियां, कौन जाने मेरा नाम जियो। कहते जब मैं संसार विच वेखनियां नाम जपण वालियां गुरमुख रूहां एक तो एक चढ़दी कला विच ने, सुचज्जी वाल गुणवंती वाल मैं वेखनियां जिहड़े नाम दे नाल रसे हुए ने। महाराज कहते ने मैं वेखनियां ते उत्थे ते फिर मेरा नाम ही नहीं है, क्योंकि मैं कुचज्जी हाँ ते सुचज्जियां दी ते लैन लगी हुई है। कई बारी असी गुरुद्वारे जाने हाँ सवेरे 4 बजे 3 बजे ते वेखने उत्थे ते रंग रतड़ियां नाम दे नाल रंगियां हुई रूहां ने। उत्थे तो फिर मेरा नाम ही कोई नहीं, क्योंकि उस तो पहला ही किन्नियां महाराज कहते ने
ਇੰਨੀਆਂ ਨਾਮ ਜਪਣ ਵਾਲੀਆਂ ਸੁਚੱਜੀਆਂ ਗੁਣਵੰਤੀਆਂ ਪਹਿਲਾਂ ਹੀ ਬੈਠੀਆਂ ਨੇ। ਤੇ ਮਹਾਰਾਜ ਕਹਿੰਦੇ ਨੇ ਜਿਨੀ ਸਖੀ ਸੋ ਰਾਵਿਆ, ਕਹਿੰਦੇ ਨੇ ਜਿਸ ਸਖੀ ਨੇ ਉਸ ਪ੍ਰਭੂ ਪਰਮਾਤਮਾ ਨੇ ਮੇਲ ਕਰ ਲਿਆ, ਮਹਾਰਾਜ ਕਹਿੰਦੇ ਨੇ ਅੰਬੀ ਛਾਵੜੀਏ ਜੀਓ, ਅੰਬੀ ਅੰਮਾਂ ਦੇ ਪੇੜ ਦੇ ਥੱਲੇ ਇਸ ਤਰ੍ਹਾਂ ਮਾਨੋ। ਮਹਾਰਾਜ ਹੁਣ ਉਹੀਓ ਗੱਲ ਨੂੰ ਮੁੱਖ ਰੱਖ ਕੇ ਗਿਆਨੀ ਸਾਹਿਬ ਸਿੰਘ ਜੀ ਦੱਸਦੇ ਨੇ ਕਿ ਇਹ ਅੰਬਾਂ ਦੇ ਪੇੜ ਦੇ ਥੱਲੇ ਮਹਾਰਾਜ ਨੇ ਬਾਣੀ ਉਚਾਰੀ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹਨੇ ਪ੍ਰਭੂ ਪਰਮਾਤਮਾ ਨੂੰ ਪ੍ਰਸੰਨ ਕਰ ਲਿਆ ਤੇ ਉਹਨਾਂ ਵਾਸਤੇ ਐਵੇਂ ਮਾਨੋ ਜਿਸ ਤਰ੍ਹਾਂ ਅੰਬਾਂ ਦੇ ਪੇੜ ਦੀ ਛਾਵਾਂ ਦੇ ਥੱਲੇ ਉਹ ਬੈਠੀਆਂ ਹੋਈਆਂ ਨੇ। ਭਾਵ ਉਹ ਆਨੰਦ ਵਿੱਚ ਨੇ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਪਾ ਲਿਆ। ਸੇ ਗੁਣ ਮੰਝ ਨਾ ਆਵਣੀ, ਹੋਂ ਕੈ ਜੀ ਦੋਸ ਧਰਿਓ ਜੀਓ। ਮਹਾਰਾਜ ਕਹਿੰਦੇ ਮੇਰੇ ਅੰਦਰ ਤੇ ਕੋਈ ਗੁਣ ਹੀ ਨਹੀਂ ਹੈ। ਮੰਝ ਹੁੰਦਾ ਮੇਰਾ, ਮੇਰੇ ਅੰਦਰ ਕੋਈ ਗੁਣ ਹੀ ਨਹੀਂ ਹੈ ਤੇ ਜੀ ਦੋਸ ਧਰਿਓ ਜੀਓ। ਮੈਂ ਕਿਸ ਨੂੰ ਇਹਦਾ ਦੋਸਤ, ਮੈਂ ਕਿਸੇ ਤੇ ਮਲ ਹੀ ਨਹੀਂ ਸਕਦੀ। ਇਹ ਦੋਸਤ ਤੇ ਮੇਰਾ ਹੀ ਹੈ, ਕਿਉਂਕਿ ਦੋਸ਼ ਕਦੀ ਵੀ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਪਰਮਾਤਮਾ ਨਾਲ ਮੇਰੇ ਨਾਲ ਬੜਾ ਮਾੜਾ ਕਰਦਾ ਹੈ। ਨਹੀਂ, ਪਰਮਾਤਮਾ ਮਾੜਾ ਕਰਦਾ ਹੀ ਨਹੀਂ। ਤੁਸੀਂ ਪਰਮਾਤਮਾ ਦਾ ਇਹ ਸੁਭਾਅ ਸਮਝਦੇ ਹੋ? ਨਹੀਂ, ਪਰਮਾਤਮਾ ਦਾ ਇਹ ਸੁਭਾਅ ਹੈ ਹੀ ਨਹੀਂ ਹੈ। ਆਪਣੇ ਬੱਚੇ ਨਾਲ ਕੋਈ ਮਾੜਾ ਨਹੀਂ ਕਰਦਾ। ਜੋ ਕੁਝ ਮਾੜਾ ਹੁੰਦਾ ਹੈ ਨਾ, ਉਹਦੇ ਜ਼ਿੰਮੇਵਾਰ ਪਤਾ ਕੌਣ ਹੈ? ਮੈਂ ਖੁਦ ਹਾਂ। ਮੇਰੇ ਕਰਮਾਂ ਕਰਕੇ ਮੈਨੂੰ ਦੋਸ਼ ਮਿਲ ਰਹੇ ਨੇ। ਮਹਾਰਾਜ ਕਹਿੰਦੇ ਨੇ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਜੀ ਰੱਬ ਨੇ ਮੇਰੇ ਨਾਲ ਬੜਾ ਮਾੜਾ ਕੀਤਾ ਹੈ, ਰੱਬ ਨੇ ਮੇਰਾ ਬੱਚਾ ਖੋ ਲਿਆ ਹੈ, ਰੱਬ ਨੇ ਮੇਰਾ ਹੁਣ ਪਿੱਛੇ ਕਰੋਨਾ ਗਿਆ, ਕਈਆਂ ਨੇ ਕਿਹਾ ਰੱਬ ਨੇ ਬੜਾ ਮਾੜਾ ਕੀਤਾ ਹੈ। ਨਹੀਂ ਭਾਈ, ਰੱਬ ਮਾੜਾ ਕਰਦਾ ਹੀ ਨਹੀਂ ਹੈ। ਆਪਣਾ ਤੁਸੀਂ ਆਪਣੇ ਬੱਚਿਆਂ ਦਾ ਮਾੜਾ ਕਰੋਗੇ? ਪੜ੍ਹਦੇ ਵੀ ਆ ਏਕ ਪਿਤਾ ਏਕਸ ਕੇ ਅੰਬਾਰਕ, ਫਿਰ ਵੀ ਅਸੀਂ ਕਹਿੰਦੇ ਆ ਮਾੜਾ ਰੱਬ ਨੇ ਨਹੀਂ ਕੀਤਾ। ਮਹਾਰਾਜ ਕਹਿੰਦੇ ਨੇ ਸੇ ਗੁਣ ਮੰਝ ਨਾ ਆਵਣੀ, ਹੋਂਕੈ ਜੀ ਦੋਸਤ ਧਰਿਓ ਜੀਓ। ਮੈਂ ਕਿਹਦੇ ਅੱਗੇ ਦੋਸਤ ਧਰਾਂ? ਦੋਸਤ ਮੇਰਾ ਆਪਣਾ ਹੀ ਹੈ। ਤੋ ਮਹਾਰਾਜ ਕਹਿੰਦੇ ਨੇ ਕਿਆ ਗੁਣ ਤੇਰੇ ਵਿਥਰਾ, ਹੋਂ ਕਿਆ ਕਿਆ ਕੀਨਾ ਤੇਰਾ ਨਾਮ ਜੀਓ। ਕਹਿੰਦੇ ਨੇ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਸਥਾਰ ਕਰਾਂ। ਤੇਰੇ ਤੇ ਗੁਣ ਹੀ ਇੰਨੇ ਨੇ ਜਿਹੜੇ ਕਿਹੜੇ ਕਿਹੜੇ ਨਾਮਾਂ ਨੂੰ ਮੈਂ ਤੈਨੂੰ ਯਾਦ ਕਰਾਂ। ਇਹ ਤੁਸੀਂ ਹੁਣ ਪੌੜੀ ਪੜ੍ਹ ਕੇ ਆਏ ਹੋ ਨਾ ਜਪਜੀ ਸਾਹਿਬ ਵਿੱਚ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ। ਕੋਈ ਉਸਨੂੰ ਉਹਦੀਆਂ ਦਾਤਾਂ ਵੇਖ ਕੇ, ਘਰ ਵੇਖ ਕੇ ਉਸਨੂੰ ਗਾ ਰਿਹਾ ਹੈ, ਗਾਉਂਦਾ ਨਾ। ਕੋਈ ਉਸਨੂੰ ਇਹ ਵੇਖਦਾ ਹੈ ਪਰਮਾਤਮਾ ਬੜਾ ਨੇੜੇ ਹੈ, ਕਈ ਵੇਖਦੇ ਨੇ ਪਰਮਾਤਮਾ ਬਹੁਤ ਦੂਰ ਹੈ, ਗਾ ਰਿਹਾ ਉਸਨੂੰ। ਕੋਈ ਉਹਦਾ ਵਿਖਮ ਵਿਚਾਰ ਨੂੰ ਵੇਖ ਕੇ ਉਸਨੂੰ ਗਾ ਰਿਹਾ ਹੈ। ਕਈ ਇਹ ਵੇਖਦੇ ਨੇ ਕਿ ਉਹ ਸਾਜਦਾ ਹੈ ਧਰਤੀ ਨੂੰ ਤਾਂ ਗਾ ਰਿਹਾ ਉਸਨੂੰ। ਕੋਈ ਵੇਖਦਾ ਹੈ ਇਸ ਧਰਤੀ ਨੂੰ ਸਾਜ ਕੇ ਫਿਰ ਖੇ ਕਰ, ਗਾਵੇ ਕੋ ਸਾਜ ਕਰੇ ਤਨ ਖੇ, ਫਿਰ ਖੇ ਕਰ ਦਿੰਦਾ। ਹਰ ਇੱਕ ਬੰਦੇ ਦਾ ਨਜ਼ਰੀਆ ਆਪਣਾ ਹੈ ਔਰ ਉਸ ਦੀਆਂ ਦਾਤਾਂ ਵੇਖ ਕੇ ਉਸ ਨੂੰ ਗਾ ਰਿਹਾ ਹੈ। ਕਈ ਵੇਖਦੇ ਨੇ ਮੈਨੂੰ ਘਰ ਵਿੱਚ ਮੇਰੇ ਔਲਾਦ ਨਹੀਂ ਸੀ, ਮਹਾਰਾਜ ਨੇ ਔਲਾਦ ਦਿੱਤੀ, ਉਹ ਫਿਰ ਪਰਮਾਤਮਾ ਨੂੰ ਗਾ ਰਿਹਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਕਿਹੜੇ ਕਿਹੜੇ ਗੁਣਾਂ ਦਾ ਤੇਰਾ ਵਿਸਤਾਰ ਦੱਸਾਂ। ਮੈਂ ਤੇ ਬਚਪਨ ਤੋਂ ਹੀ ਹੁਣ ਤੱਕ ਵੇਖ ਰਿਹਾ ਤੇਰੇ ਗੁਣਾਂ ਦਾ ਤੇ ਅਪਾਰ ਹੈ। ਤੋ ਮਹਾਰਾਜ ਅੱਗੇ ਕਹਿੰਦੇ ਨੇ ਇਕਤ ਟੋਲ ਨਾ ਅੰਬਲਾ, ਹੋਂ ਸਦ ਕੁਰਬਾਨੇ ਤੇਰੇ ਜਾਏ ਜੀਓ। ਇੱਕ ਨਾ, ਇੱਕ ਦੇ ਰਾਹੀ ਟੋਲ ਹੁੰਦਾ ਬੜਾ ਸੁੰਦਰ। ਤੋ ਮਹਾਰਾਜ ਕਹਿੰਦੇ ਨੇ ਤੇਰੇ ਬਖਸ਼ੇ ਹੋਏ ਇੱਕ ਸੁੰਦਰ ਪਦਾਰਥ ਰਾਹੀ ਮੈਂ ਨਹੀਂ ਪਹੁੰਚ ਪਾ ਰਹੀ ਤੇਰੇ ਕੋਲ। ਕਿਉਂ? ਮੈਂ ਤੇਰੇ ਤੋਂ ਕੁਰਬਾਨ ਜਾਨਾ ਵਾਂ, ਕਿਉਂਕਿ ਮੈਂ ਤੇਰੀਆਂ ਦਾਤਾਂ ਨੂੰ ਤੇ ਲੈ ਲੀਆਂ ਪਰ ਮੈਂ ਤੇਰੇ ਤੱਕ ਨਹੀਂ ਪਹੁੰਚ ਪਾ ਰਿਹਾ। ਵੱਡੀ ਗੱਲ ਹੈ। ਹੁਣ ਜਿਸ ਦੇਖੋ ਸਾਡੇ ਕੋਲ ਮਕਾਨ ਨਹੀਂ ਹੈ, ਸਪੋਜ਼ ਅਸੀਂ ਬੇਨਤੀ ਕੀਤੀ, ਸਾਨੂੰ ਨੇ ਮਕਾਨ ਸਾਨੂੰ ਦੇ ਦਿੱਤਾ, ਇਹਦਾ ਮਤਲਬ ਸਾਡੀ ਦਾਤਾਂ ਕਰਕੇ ਪਹੁੰਚ ਤੇ ਹੋ ਗਈ।
मैं एप्लीकेशन लाई, उन्हें मेरी एप्लीकेशन नूं, मेरी अर्जी नूं सुन लिया। ਇਹਦਾ मतलब है साढ़े कॉन्टैक्ट है ने। उन्हें मेरी झोली विच दात पा दी, बच्चे की कह लो, मकान की कह लो, एक उदाहरण के तौर पर। पर कमाल की गल है, मैं दातां लैके तेरे तक नहीं पहुँच सकिया। जे मैं दातां लै सकना वा तो तेरे तक भी तो पहुँच सकना। तो महाराज कहते ने, सोयने रूपा रंगुला मोती ते माणक जियो, की लिया मैं तेरे कोलों? सोयना सोना, रूपा होंदी है चांदी, रंगला भाव की रंगला मोती, सोहने मोती ले ने, एक घर बार सारा कुछ, हीरे डायमंड जो भी साढ़े कोल उहदियां माइक पदार्थ ने, ते माणक जियो। महाराज कहते ने, से वस्तु शै दित्तियां मैं 300 लाया चित जियो। पर मेरी बदकिस्मती की सी, चीज़ां तो मैं रब्बा तेरे को सारियां ले लियां, चीज़ां तो मैं कदी नहीं मना किया। मैं क्या आण दे, जो कुछ दे रहा आण दे, देंदा दे लैंदे थक पाहें। पर महाराज कहते ने, से वस्तु शै दित्तियां, ये वस्तु तो तू मैनू दे दित्तियां जो मैं तेरे को मंगया। क्योंकि रोज़ पढ़ने आ, जो मांगे ठाकुर अपने ते सोई सोई देवै। जो भी असी ठाकुर कोलों मालू कोलों मंगने आ, महाराज सानू त्रुट के दिंदा है। पर मैं 300 लाया चित जियो। पर असी की कीता, असी देण हार नूं भुल गए। जिस देवै तिसे ना जाना, मूड़ा दिते नूं लपटाए। जिसने परमात्मा ने दात दिती उसनूं भुल गया, और जिस दी ਜਿਹੜੀ दात सी ਉਹਦੇ ਨਾਲ प्यार करन लग ਪਿਆ। दात प्यारी विसरिया दातारा, जाने ना ही मरण विचारा। भुल गया, मौत ही भुल गया, परमात्मा नूं भुल गया। कई बारी प्यो ने खेड़ा छुड़ाना होवे ना, तो दातां कुछ ना कुछ दे दिंदा है, तो बच्चा लग्या रहिंदा है। साडी भी वही हालत है। तो महाराज कहते ने, से वस्तु शै दित्तियां मैं 300 लाया चित जियो। एक कुचज्जी की गल हो रही है, जिहदे च कोई चज ही नहीं है। जिन्हों ए मैं तो सोचना उन्होंने कह लो किरत घाने, वो कुचज्जी है जो परमात्मा दियां दित्तियां दातां दे नाल चिमड़ के ते दाते नूं विसार देना। मंदर मिट्टी संदड़े पत्थर कीते रास जियो। बड़े बड़े मिट्टी दे पत्थरां दे घर सोहने सोहने बना ले, अच्छी रास पूंजी बना लई। किदे सदके? उस वाहिगुरु गुरु नानक पातशाह की बख्शिश के सदके पा लिया। महाराज कहते हैं, हो इन्नी ढोली पुलीअस, कहते हैं ढोली कहते हैं सुंदर पदार्थों के विच भुल गई जीव इस्तरी। फिर भुल गई, कहते तिस कंत ना बैठी पास जियो। हूण कंत कोल नहीं बैठती। जदों लोड़ काम परे तां हर सिमरे। जदों काम पैंदा है, जदों लोड़ पैंदी है, तां ही असीं गुरु कोल जाने आ। महाराज कहते ने, ऐसा सिमरो नित तू रोज जप। जप मन सतनाम सदा सतनाम। की होएगा हालत? पलत मुख उजल होइए नित ध्याइए हर पुरख निरंजना। असीं उदों ही परमात्मा कोल जाने आ जदों सानू लोड़ होंदी है। असीं उदों ही गुरबाणी संगत ज़्यादा करने आ जदों असी दुनियावी पदार्थां की घाट होंदी है। मैनूं कहण देना, वैसे नहीं जाते, वैसे एक फॉर्मेलिटी है। गुरु साहब कहते ने, तू भुल गई है पदार्थ लैके। जद तेरे कोल नहीं सी ते तू किन्ने चलीए कटदी सी, किन्नी बाणी पढ़दी सी, रात दिन उन्होंने चेते करदी सी। पर होया कि जदों तैनूं परमात्मा ने दातां सोहणियां दे दित्तियां, तू घर बार दे दिता, चंगा हुंदा घर दी छत नूं वेखदा, सोहना घर देखदा, मुखों निकलदा वाहिगुरू वाहिगुरू, उहदा शुकर निकलदा। पर तू उहदे विच ही मस्त हो गया। तू भुल बैठा जिस परमात्मा ने दात दिती, तिस कंथ ना बैठी पास जियो। हुण एक दुनियावी उदाहरण ले लो। कोई प्यो है, बुजुर्ग हो गया, उन्हें बच्चे नूं बुलाया, बच्चा सारी जायदाद
ਕੋਠੀਆਂ, ਕਾਰਾਂ, ਜੋ ਕੁਛ ਹੈ, ਪਹਿਲਾਂ ਬੜੀ ਸੇਵਾ ਕਰਦਾ ਸੀ ਤੇ ਹੁਣ ਉਹਨੇ ਸਾਰਾ ਕੁਛ ਦੇ ਦਿੱਤਾ। ਜਾ ਬੱਚਿਆ, ਹੁਣ ਮੈਂ ਨਾ ਬਹੁਤ ਬਿਰਧ ਹੋ ਗਿਆ ਤੇ ਤੂੰ ਸਾਰਾ ਸੰਭਾਲ ਲੈ। ਹੁਣ ਬੱਚੇ ਨੇ ਸਾਰਾ ਕੁਝ ਤੇ ਸੰਭਾਲ ਲਿਆ, ਪਰ ਹੁਣ ਪਿਓ ਉਡੀਕ ਕਰ ਰਿਹਾ ਹੈ ਕਿ ਪੂਰੇ ਦਿਨ ਵਿੱਚ ਆ ਕੇ ਕੁਝ ਸਮਾਂ ਤੇ ਮੇਰੇ ਕੋਲ ਬੈਠੇ। ਪਰ ਜਦੋਂ ਉਹਨੇ ਉਹ ਦਾਤਾਂ ਦੇ ਦਿੱਤੀਆਂ, ਉਹਦੀਆਂ ਦਾਤਾਂ ਵਿੱਚ ਹੀ ਮਸਤ ਹੋ ਕੇ ਉਸ ਪਿਓ ਨੂੰ ਭੁਲਾ ਦਿੱਤਾ। ਤੇ ਗੁਰੂ ਸਾਹਿਬ ਇਹੀ ਤੇ ਗੱਲ ਕਹਿ ਰਹੇ ਨੇ, ਤਿਸ ਕੰਤ ਨਾ ਬੈਠੀ ਪਾਸ ਜੀਓ। ਸਵਾਦ ਤੇ ਤਾਂ ਹੁੰਦਾ, ਘਰੋਂ ਸਪੈਸ਼ਲ ਚੱਲ ਕੇ ਜਾਂਦਾ, ਮਹਾਰਾਜ ਅੱਜ ਮੈਂ ਵਾਧੂ ਸਿਮਰਨ ਕਰਨਾ ਹੈ, ਅੱਜ ਮੈਂ ਗੁਰਬਾਣੀ ਜ਼ਿਆਦਾ ਪੜ੍ਹਨੀ ਹੈ, ਅੱਜ ਮੈਂ ਹੋਰ ਆਨੰਦ ਲੈਣਾ ਹੈ। ਹੁਣ ਮੈਂ ਚੀਜ਼ਾਂ ਤੋਂ ਬਹੁਤ ਕੁਝ ਤੁਸੀਂ ਮੈਨੂੰ ਦੇ ਦਿੱਤਾ ਹੈ, ਹੁਣ ਮੈਂ ਤੁਹਾਡੇ ਉਸ ਆਤਮਕ ਪਦਾਰਥਾਂ ਨੂੰ ਲੈਣਾ ਹੈ। ਗੁਰੂ ਉਸ ਵੇਲੇ ਸਭ ਤੋਂ ਜ਼ਿਆਦਾ ਖੁਸ਼ ਹੈ। ਫਿਰ ਉਹ ਜਿਹੜੀਆਂ ਦਾਤਾਂ ਨੇ ਨਾ, ਜਿਹੜੇ ਸੁੱਖ ਲਏ ਨੇ, ਦਰਅਸਲ ਉਹੀ ਦੁੱਖ ਵਿੱਚ ਕਨਵਰਟ ਹੋ ਜਾਂਦੇ ਨੇ, ਕਿਉਂਕਿ ਜਿਹੜੇ ਅਸੀਂ ਸੁੱਖ ਲੈ ਰਹੇ ਹਾਂ, ਮੰਗ ਰਹੇ ਹਾਂ, ਉਹ ਸਰੀਰ ਦੇ ਸੁੱਖ ਨੇ, ਮੈਨੂੰ ਖਿਮਾ ਕਰ ਦੇਣਾ, ਉਹ ਆਤਮਾ ਦੇ ਸੁੱਖ ਨਹੀਂ ਨੇ। ਤਾਂ ਹੀ ਮਹਾਰਾਜ ਨੇ ਕਿਹਾ, ਦੁੱਖ ਦਾਰੂ ਸੁੱਖ ਰੋਗ ਪਿਆ। ਜਿੰਨੇ ਵੀ ਸੁੱਖ ਨੇ ਨਾ ਜਿਹੜੇ ਬਾਹਰਲੇ, ਉਹ ਸਰੀਰ ਦੇ ਨੇ, ਪਰ ਜਦੋਂ ਸਰੀਰ ਮੁੱਕਣਾ ਹੈ, ਸੁੱਖ ਵੀ ਮੁੱਕ ਜਾਣੇ ਨੇ। ਅਸੀਂ ਸੁੱਖ ਦੀ ਡੈਫੀਨੇਸ਼ਨ ਸਹੀ ਤਰ੍ਹਾਂ ਅਸੀਂ ਭਾਂਪ ਹੀ ਨਹੀਂ ਪਾਏ। ਜੋ ਮਹਾਰਾਜ ਨੇ ਕਿਹਾ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਅਸੀਂ ਸੁੱਖ ਸਮਝ ਲਏ, ਕਿਸੇ ਕੋਲ ਮੈਂ 2 ਗੱਡੀਆਂ ਦੇਖ ਲਈਆਂ, ਵੱਡਾ ਮਕਾਨ ਦੇਖ ਲਿਆ, ਹਾਥੀ 'ਚ ਸੋਨਾ ਪਾਇਆ, ਮੈਂ ਦੇਖ ਲਿਆ, ਮੈਂ ਕਿਹਾ ਇਹ ਬੜਾ ਸੁਖੀ ਹੋਏਗਾ। ਅਸੀਂ ਵੀ ਉਸੇ ਚਾਲ ਵਿੱਚ ਚੱਲ ਪਏ। ਗੁਰੂ ਸਾਹਿਬ ਕਹਿੰਦੇ ਤੈਨੂੰ ਮੈਂ ਇਸ ਗੱਲੋਂ ਮੈਂ ਸੁਖੀ ਤੂੰ ਹੋਏਗਾ ਵੀ ਨਾ, ਪਰ ਇਹ ਇੱਕ ਦਿਨ ਦੁੱਖ ਵਿੱਚ ਕਨਵਰਟ ਹੋ ਜਾਣੇ ਨੇ। ਇਹ ਕੁਦਰਤ ਦਾ ਇੱਕ ਨਿਯਮ ਹੈ। ਮਹਾਰਾਜ ਗੱਲ ਤੇ ਇਹ ਸੀ ਕਿ ਅਸੀਂ ਇਹ ਚੀਜ਼ਾਂ ਲੈਂਦੇ ਤੇ ਲੈ ਕੇ ਰੋਜ਼ ਸਾਰਾ ਪਰਿਵਾਰ ਆ ਕੇ ਤੇਰੇ ਚਰਨਾਂ ਵਿੱਚ ਬੈਠਦੇ। ਗੁਰੂ ਸਾਹਿਬ ਤੇਰਾ ਸ਼ੁਕਰ ਹੈ, ਤੂੰ ਇਹ ਦਾਤਾਂ ਦਿੱਤੀਆਂ ਨੇ, ਅਸੀਂ ਦਾਤਾਂ ਦੇ ਵਿੱਚ ਤੈਨੂੰ ਭੁਲਾਈਏ ਨਾ। ਹੁਣੇ ਪੜ੍ਹਿਆ ਨਾ, ਸਭਨਾ ਜੀਆਂ ਕਾ ਇੱਕ ਦਾਤਾ ਸੋਮੇ ਵਿਸਰ ਨਾ ਜਾਏ। ਬਸ ਗੁਰਾ ਇੱਕ ਦੇਹ 부ਝਾਈ, ਮਨੂੰ ਗੁਰਾ ਹੈ ਗੁਰੂ ਮਨੂੰ ਇੱਕ ਸੂਝ ਦੇ ਦੇ। ਜੋ ਤੂੰ ਸਾਰਿਆਂ ਜੀਆਂ ਦਾ ਦਾਤਾ ਹੈ ਨਾ, ਉਹ ਮੇਰੇ ਕੋਲ ਵਿਸਰੇ ਨਾ। ਜਦੋਂ ਤੂੰ ਵਿਸਰ ਜਾਂਦਾ ਨਾ, ਤੇ ਮੈਨੂੰ ਆ ਕੇ ਦੁੱਖ ਚਮੜ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਨੇ, ਜਿਸ ਪਰਮਾਤਮਾ ਨੇ ਇਤਨੀਆਂ ਦਾਤਾਂ ਦਿੱਤੀਆਂ, ਉਹਨੂੰ ਤੂੰ ਭੁਲਾ ਕੇ ਬੈਠੀ ਹੋਈ ਹੈ। ਹਾਂ ਇੰਨੀ ਢੋਲੀ ਪੂਲੀਅਸ, ਇੰਨੀਆਂ ਸੋਹਣੀਆਂ ਦਾਤਾਂ ਪਦਾਰਥ ਲੈ ਕੇ ਉਹਨੂੰ ਭੁੱਲ ਗਈ। ਤਿਸ ਕੰਤ ਨਾ ਬੈਠੀ ਪਾਸ ਜੀਓ, ਉਹਦੇ ਕੋਲ ਤੇ ਬੈਠੇ ਹੀ ਨਹੀਂ। ਹੁਣ ਤੁਹਾਡਾ ਬੱਚਾ ਤੁਹਾਡੇ ਕੋਲ ਸਾਰਾ ਕੁਝ, ਤੁਹਾਡੀ ਬੜੀ ਲੁਪਾ ਚੁੱਪੀ ਕਰਦਾ ਹੋਵੇ, ਤੁਹਾਡਾ ਪਿਆਰ ਕਰਦਾ ਹੋਵੇ, ਤੁਸੀਂ ਸਭ ਕੁਝ ਲੁਟਾ ਦਿਓ, ਉਸ ਤੋਂ ਬਾਅਦ ਤੁਹਾਡੀ ਬਾਤ ਨਾ ਪੁੱਛੇ, ਤੇ ਤੁਹਾਡੇ ਮਨ ਤੇ ਕਿਤਨੀ ਕੁ ਚੋਟ ਲੱਗੇਗੀ। ਇਹੀ ਆਪਣੀ ਬਿਰਤੀ ਨੂੰ ਤੁਸੀਂ ਪਰਮਾਤਮਾ ਵੱਲ ਲੈ ਜਾਓ। ਜੇ ਪਰਮਾਤਮਾ ਨੇ ਇਤਨੀਆਂ ਦਾਤਾਂ ਦਿੱਤੀਆਂ ਨੇ, ਉਸ ਤੋਂ ਬਾਅਦ ਅਸੀਂ ਜੇ ਪਰਮਾਤਮਾ ਨੂੰ ਭੁਲਾ ਦਿੱਤਾ, ਤੇ ਪਰਮਾਤਮਾ ਮਨ ਵਿੱਚ ਕੀ ਸੋਚੇਗਾ? ਇਹ ਤਾਂ ਫਿਰ ਦੁਖੀ ਰਹਿਣ ਤੇ ਚੰਗਾ ਹੈ। ਦੁੱਖ 'ਚ ਘੱਟੋ ਘੱਟ ਮੇਰੇ ਦੁਆਰੇ ਆ ਕੇ ਯਾਦ ਤੇ ਕਰਦੇ ਨੇ। ਤਾਂ ਕਈ ਗਲਤੀਆਂ ਸਾਡੀਆਂ ਹੀ ਨੇ, ਸਾਰੀਆਂ ਪਰਮਾਤਮਾ ਤੇ ਨਾ ਪਾ ਦਈਏ। ਪਰ ਅਸੀਂ ਸਭ ਕੁਝ ਕਹਿ ਦੇਣਾ ਪਰਮਾਤਮਾ ਤੇਰਾ ਕੀਤਾ ਹੈ, ਸਭ ਤੂੰ ਕਰ ਰਿਹਾ ਹੈ। ਪਰਮਾਤਮਾ ਕੁਛ ਨਹੀਂ ਕਰ ਰਿਹਾ, ਅਸੀਂ ਆਪਣੇ ਕਰਮਾਂ ਦਾ ਫਲ ਭੋਗ ਰਹੇ ਹਾਂ। ਬਸ ਪਰਮਾਤਮਾ ਤੇ ਕਹਿੰਦਾ ਇੱਕ ਹੱਥ ਦੇ ਤੇ ਇੱਕ ਹੱਥ ਲੈ। ਉਹ ਤੇ ਇਨਸਟੈਂਟ ਹੈ, ਉਹ ਦੇਰ ਨਹੀਂ ਕਰਦਾ। ਤੁਹਾਡੇ ਮੰਗਣ 'ਚ ਦੇਰੀ, ਉਹਦੇ ਦੇਣ 'ਚ ਦੇਰੀ ਨਹੀਂ ਹੈ। ਪਰ ਅਸੀਂ ਕੀ ਕਰਨੇ ਆ? ਅਸੀਂ ਸਿਰਫ ਦਾਤਾਂ ਦੇ ਪੁਜਾਰੀ ਹੋ ਕੇ ਦਾਤਾਂ ਲੈ ਕੇ ਪਰਮਾਤਮਾ ਨੂੰ ਵਿਸਾਰ ਦਿੰਦੇ ਹਾਂ। ਚੰਗਾ ਇਹ ਹੁੰਦਾ ਕਿ ਅਸੀਂ ਬੈਠ ਕੇ ਇੱਕ ਪਾਠ ਅਲੱਗ ਸੇ ਕਰਦੇ, ਮਹਾਰਾਜ ਤੁਸੀਂ ਸ਼ੁਕਰ ਹੈ ਤੁਹਾਡਾ, ਇਹ ਦਾਤਾਂ ਮੇਰੀ ਝੋਲੀ ਵਿੱਚ ਪਾਈਆਂ ਨੇ। ਮਹਾਰਾਜ ਕਹਿੰਦੇ ਨੇ, ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ। ਕਹਿੰਦੇ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਜਿਹੜਾ ਵੀ ਕੋਈ ਸ਼ੁਭ ਗੁਣਾ ਤੋਂ ਦੂਰ ਚਲਾ ਜਾਂਦਾ ਹੈ, ਦੇਖੋ ਧਿਆਨ ਦੇਣਾ, ਜਿਹੜਾ ਵੀ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਉਸ ਦੇ ਅੰਦਰ ਸਮਝੋ ਨਿਰੇ ਪਖੰਡੀ ਨੇ। ਮਹਾਰਾਜ ਕਹਿੰਦੇ ਨੇ ਨਿਰੇ ਪਖੰਡ ਨੇ। ਸਿਰਫ ਉਹ ਦਾਤਾਂ ਲੈਣ ਵਾਸਤੇ ਅੱਖਾਂ ਮੀਟ ਕੇ ਬੈਠਾ ਹੋਇਆ ਹੈ।
होर कुछ नहीं है। जिस तरह का भयो जो दो लोचन मूंद के बैठ रहे हो, बक ध्यान लगायो। जिस तरह बगला हुण बैठा मानसरोवर के कंढे विच, हंस भी है ते बगला भी बैठा, देखण विच ही चिट्टे ने। हुण है दोनों इक्को ने, पर मच्छी विचारी भुलेखा खा जाती है। कंढे ते दोनों बगला भी समाधि ला के एक लत्त ते खड़ा है ते इधर हंस भी खड़ा है, पर हंसां दा खाना की है? मोती, सुंदर सुंदर चीज़ां खाना। ते बगले का खाना की है? डड्डियां ते मच्छियां। हुण वो की करता है? खड़े दोनों ही ने। बगला की करता है? एक टंग ते खड़ा होके ना अखां बंद कर लैंदा है ते समाधि ला लैंदा है। मच्छी विचारी भोली हुंदी है। हुण वो आंदी है मच्छी, वो वेखदी है बड़ा कोई तपस्वी है, समाधि ला के बैठा है, चल जाके मत्था ही टेक आइए। ज्यों ही बगले कोल जांदी है, बगला अख खोल के झपट्टा मार लैंदा है। महाराज कहंदे ने तू भी एक बगला ही है, जे खाली चीज़ां ही मंग रहे मेरे को आके, तो महाराज कहंदे ने बग बैठे आए जियो। बस मंगी चीज़ां जा रहे हैं, अंदर तेरे पखंड है। ਇਹਦਾ मतलब साडा गुरु दे नाल संबंध स्वार्थ दा है। चंगा हुंदा अज प्यो नूं मंगण आउंदा। यही चीज़ां साडी दुनियावी जिंदगी विच भी बीत रहीआं ने, तां ही साडे घरां दे विच कलेश ने, तां ही साडे घरां दे विचों माता पिता दे आदर रिस्पैक्ट खत्म हो रही ने। जदों तू माँ प्यो की रिस्पैक्ट करेगा, माँ प्यो नूं समा देगा, माँ प्यो की गल नूं मन्नेगा, तो माँ प्यो खाली चीज़ां देण दे नहीं है, वो तुहानूं लंबियां सीसां दे के जाणगे। सानूं याद है बच्चे छोटे हुंदे ने ना, माँ हथ दादी हथ रखदी सी, जा बच्चिया नाम सिमरन तैनूं मिले, तैनूं अमृत वेला मिले, तैनूं संगत मिले। ये चीज़ां कोई खो नहीं सकता। जल नहीं डुबे, तस्कर नहीं लेवे, भा ना साके जाले। ये चीज़ां लवो गुरु कोलों। गुरु कहंदे मेरे कोलों ये चीज़ां आके मंगो। ये चीज़ां असीं जिहड़ियां मंगने आ, वो तो साडे नाल ही मुक जाणियां ने। देखो भाई बिधि चंद जी, मैनूं गल याद आई, हरगोबिंद पातशाह के चरणों में बैठे, महाराज त्रुठे, कहन लगे बिधि चंदा मंग लै, अज मैं तेरी सेवा तो त्रुठ गया। देखो बगला बिरती नहीं है। असी होंदे ते गुरु साहब ने कहा मंग लै यार, दो चार कोठियां मंग लीए, कारां मंग लीए, माया ये चीज़ां मंग लीए। एक बारी कहा महाराज चुप बिधि चंद, दूजी बारी कहा, तीजी बारी कहा मंग लै बिधि चंद, कुछ मंग लै, अज मैं तेरे ते त्रुठे हाँ। गुरुमुखो सुनो हुण उन्होंने की मंगया है। ते हाथ जोड़ के नीवी पा के महाराज हरगोबिंद पातशाह नूं बिधि चंद जी कहंदे ने, महाराज जे त्रुठे हो ना, इस दास की झोली विचों कोई मंग ही ना होवे, मैं तेरी झोली विच ये अरदास करना, पदार्थां की कोई मंग ही ना होवे, मैं पदार्थां वालों रज्जिया जावां। मैनूं याद है छोटे हुंदियां तो हुण तक, भावें असीं पहलां छोटियां चीज़ां मंगदे रहे, अज वड्डियां मंग रहे हैं, है तो सारे टॉय ही ने ना, खिलौने ही ने ना। असीं छोटे होंदे खिलौनियां च खेडदे सी, हुण वड्डियां गड्डियां च खेल रहे हैं। खेल की है? असीं खेल ते उस परमात्मा दे खिडौनियां नाल ही रहे हैं ना। मैं उस दिन भी जिक्र किया सी, कदी भी माँ रोंदी होवे ना बच्चा, तो माँ उन्होंने चूसनी दे देंदी है, तो बच्चा चूसता रहिंदा है, वो फिर काम कर लैंदी है। पर वो जो चूस चूस के उन्होंने कुछ लभदा नहीं ना, फिर रोंदा बच्चा। साडी भी हालत होई हुई है। ये मकान, घर बार, बच्चे, शोहरत, ये दुनिया की वाह वाह, ये चूसनियां ने, और ये चूसनियां विच ही असीं अपने जीवन नूं खत्म करी जा रहे हैं। ये सब चूसनियां ने। ये मकान चूसनी है। रब ने सानू ऐ लै भाई, तू बड़ा खेड़ा पै रहा है, रोज़ सवेरे उठ के मैनू आके बस मैनू मकान ऐला तो मकान लै, भुल गया। फिर वेख्या मकान दे विच दुख बड़े ने, फिर सवेरे जपन लग पिया, महाराज ने फिर चूसनी दे दी। ये सब चूसनियां ने। पर चूसनी चूस चूस के जिस तरह बच्चे का पेट नहीं रजदा ना,
ਦੱਸੋ ਕਿਸੇ ਦੀ ਪਦਾਰਥਾਂ ਨਾਲ ਰੱਜ ਆਇਆ ਹੋਵੇ, 에ਅਰਲਾਈਨਸ ਕੋਲੋਂ, ਅਡਾਨੀ ਕੋਲੋਂ, ਹੋਰ ਵੱਡੇ ਇੰਡਸਟਰੀਅਲ ਕੋਲੋਂ ਪੁੱਛੋ ਤੁਹਾਨੂੰ ਰੱਜ ਆ ਗਿਆ? ਇਹ ਤਾਂ ਮਾਰੇ ਨੇ ਪਹਿਲਾਂ ਹੀ ਕਹਿ ਦਿੱਤੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹ ਤੇ ਉਹ ਅੱਗੇ ਜਿੰਨਾ ਬਾਲਣ ਪਾਈ ਜਾਓਗੇ ਅੱਗ ਵੱਧਦੀ ਜਾਏਗੀ, ਅੱਗ ਘਟਦੀ ਨਹੀਂ। ਇਹ ਤ੍ਰਿਸ਼ਨਾ ਦੀ ਅੱਗ ਹੈ। ਅਸੀਂ ਮੰਗਣ ਕੀ ਜਾਂਦੇ, ਅਸੀਂ ਤ੍ਰਿਸ਼ਨਾ ਮੰਗਣ ਜਾਂਦੇ ਹਾਂ। ਅਸੀਂ ਗੁਰੂ ਕੋਲ ਕੀ ਮੰਗਨੇ ਆ? ਤ੍ਰਿਸ਼ਨਾ। ਗੁਰੂ ਕੋਲੋਂ ਮੰਗੋ ਮੈਨੂੰ ਉਹ ਚੀਜ਼ਾਂ ਦੇ ਜਿਹਦੇ ਨਾਲ ਮੇਰੀ ਲੋੜ ਹੈ, ਬਸ। ਉਸ ਤੋਂ ਬਾਅਦ ਤੇ ਲੋਭ ਹੈ। ਭਗਤ ਜੀ ਕਹਿੰਦੇ ਨਾ, ਮੈਂ ਨਾਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਜਿੰਨੀਆਂ ਵੀ ਚੀਜ਼ਾਂ ਮੰਗੀਆਂ ਨੇ ਇਹਦੇ 'ਚ ਲੋਭ ਨਹੀਂ ਹੈ ਮੇਰਾ। ਮੈਨੂੰ ਤਲਾਈ ਵੀ ਚਾਹੀਦੀ ਹੈ, ਮੈਨੂੰ ਰਜ਼ਾਈ ਵੀ ਚਾਹੀਦੀ ਹੈ, ਮੈਨੂੰ ਘਰ ਵੀ ਚਾਹੀਦਾ, ਬੱਚੇ ਵੀ ਚਾਹੀਦੇ ਨੇ, ਪਰ ਇਹ ਮੇਰੇ ਲੋਭ ਨਹੀਂ ਨੇ। ਸਾਡਾ ਘਰ ਦਾ ਗੁਜ਼ਾਰਾ ਚੱਲ ਰਿਹਾ ਚੰਗਾ ਭਲਾ, ਪਰ ਫਿਰ ਵੀ ਨਾਲ ਮੈਂ ਉਸ ਦਿਨ ਹੀ ਬੇਨਤੀ ਕੀਤੀ ਸੀ, ਚੰਗਾ ਭਲਾ ਜੀਵਨ ਚੱਲ ਰਿਹਾ ਹੈ। ਨਾਲ ਦੇ ਨੇ ਗੱਡੀ ਲੈ ਲਈ, ਆਪਣੇ ਮਨ ਦੇ ਅੰਦਰ ਕਲੇਸ਼ ਚਾਲੂ ਹੋ ਗਿਆ, ਰੱਬ ਨੂੰ ਕੋਸਣਾ ਚਾਲੂ ਹੋ ਗਿਆ। ਗੱਡੀ ਉਹਨੇ ਲਈ ਏ, ਘਰ ਤੂੰ ਬੈਠਾ ਹੈ, ਤੇਰੇ ਘਰ ਗੱਡੀ ਨਹੀਂ, ਪਰ ਤੂੰ ਰੱਬ ਨੂੰ ਕੋਸਣ ਲੱਗ ਪਿਆ। ਚੰਗਾ ਭਲਾ ਜੀਵਨ ਚੱਲ ਰਿਹਾ ਸੀ। ਕਿਸੇ ਨੂੰ ਵੇਖ ਕੇ ਮਹਾਂਪੁਰਖ ਕਹਿੰਦੇ ਸਨ, ਵੇਖਣਾ ਨਾ ਤੇ ਜਾ ਕੇ ਰਾਤ ਦੇ ਅੰਧੇਰੇ ਵਿੱਚ ਨਾ ਉਹ ਗਰੀਬਾਂ ਨੂੰ ਵੇਖਿਆ ਕਰ, ਠੰਡ ਦੇ ਦਿਨਾਂ ਵਿੱਚ ਤੇਰੀ ਮੰਗ ਹੀ ਖਤਮ ਹੋ ਜਾਏਗੀ, ਤੂੰ ਸ਼ੁਕਰ ਵਿੱਚ ਜੁੜ ਜਾਏਗਾ। ਅਸੀਂ ਵੇਖਨੇ ਕੀ ਆ? ਦੁਨਿਆਵੀ ਪਦਾਰਥ ਜਿਹਦੇ ਕੋਲ ਨੇ, ਆਪਣੇ ਰਿਸ਼ਤੇਦਾਰ ਜਿਹੜੇ ਬੜੇ ਬੜੇ ਅਮੀਰ ਨੇ, ਅਸੀਂ ਉਹਨਾਂ ਨੂੰ ਵੇਖਨੇ ਆ ਨਾ। ਤੇ ਗੁਣਾਂ ਦੀ ਗੱਲ ਹੁੰਦੀ ਏ, ਅਸੀਂ ਆਪਣੇ ਤੋਂ ਨੀਵੇਂ ਵੇਖਨੇ ਆ, ਬਈ ਇਹ ਤੇ ਦੇਖੋ ਉੱਠਦਾ ਹੀ ਨਹੀਂ, ਮੈਂ ਉੱਠ ਰਿਹਾ ਹਾਂ। ਨਹੀਂ ਭਾਈ, ਜੇ ਗੁਣਾਂ ਤੋਂ ਵੇਖਣਾ ਹੀ, ਆਪਣੇ ਤੋਂ ਉੱਤੇ ਤੇ ਵੇਖ। ਜੇ ਮਾਇਕ ਪਦਾਰਥਾਂ ਤੋਂ ਵੇਖਣਾ ਹੀ, ਤੇ ਕਿਸੇ ਭਿਖਾਰੀ ਦੇ ਜੀਵਨ ਵਿੱਚੋਂ ਵੇਖ। ਮੈਂ ਕਹਿੰਦਾ ਇਹ ਗੁਰੂ ਦੇ ਲਾਡਲੇ ਸਿੱਖੀ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਪ੍ਰਾਪਤ ਨੇ। ਆਪਣੇ ਵਾਸਤੇ ਤੇ ਦੁਨੀਆ ਮੰਗਦੀ ਏ। ਮੈਂ ਹੁਣ ਹੜ੍ਹ ਆਇਆ ਨਾ, ਪਿੱਛੇ ਇੱਕ ਦੋ ਜਗ੍ਹਾ ਤੇ ਵਿਚਾਰ ਸੀ, ਕਹਿੰਦੇ ਵੀਰ ਜੀ ਹੜ੍ਹ ਬਾਰੇ ਬੋਲੋ ਕੁਛ। ਮੈਂ ਕਿਹਾ ਜੀ ਅੱਜ ਪੂਰਾ ਪੰਜਾਬ ਹੜ੍ਹ ਦੇ ਲਪੇਟ ਵਿੱਚ, ਜ਼ਿਆਦਾਤਰ ਏਰੀਆ 70%, ਔਰ ਕਿਸੇ ਵੀ ਸਟੇਟ ਨੇ ਆ ਕੇ ਪੰਜਾਬ ਦੀ ਮਦਦ ਨਹੀਂ ਕੀਤੀ। ਔਰ ਪੰਜਾਬ ਕਿੱਥੇ ਵੀ ਕੋਈ ਲੋੜ ਹੋਵੇ, ਪੰਜਾਬ ਕੀ ਗੁਰੂ ਦੇ ਸਿੱਖ ਹਰ ਜਗ੍ਹਾ ਪਹੁੰਚਦੇ ਨੇ। ਔਰ ਮੈਂ ਇੱਥੋਂ ਤੱਕ ਕਿਹਾ, ਮੈਂ ਕਿਹਾ ਜਦੋਂ ਇਹ ਬਦਰੀਨਾਥ, ਇਹ ਹੇਮਕੁੰਟ ਸਾਹਿਬ ਹੜ੍ਹ ਆਏ ਸਨ, ਉੱਥੇ ਲੋਕਾਂ ਨੇ ਨਾ, ਪਹਾੜੀਆਂ ਨੇ ਕੀ ਕੀਤਾ ਸੀ, 10-10 ਰੁਪਏ ਪਾਣੀ ਦੀ ਬੋਤਲ 100-100 ਰੁਪਏ 'ਚ ਵੇਚੀ ਸੀ। ਮੈਨੂੰ ਕਹਿਣ ਦੇਣਾ, ਇਹ ਤੁਸੀਂ ਕਰੋਨਾ ਹੀ ਦੇਖ ਲਓ, 500-1000 ਰੁਪਏ ਦਾ ਸਿਲੰਡਰ 30-30,000 ਵਿੱਚ ਦਿੱਤਾ। ਕਈਆਂ ਨੇ ਹੰਡਾਇਆ ਵੀ, ਪਤਾ ਵੀ ਹੋਣਾ ਜਿਨ੍ਹਾਂ ਨਾਲ। ਪਰ ਉਹ ਗੁਰੂ ਦੇ ਪਿਆਰੇ ਵੇਖੋ, ਹੜ੍ਹ ਪੰਜਾਬ ਵਿੱਚ ਆਇਆ, ਕਿਸੇ ਕੋਲੋਂ ਮਦਦ ਨਹੀਂ ਮੰਗੀ, ਆਪ ਚੱਲ ਕੇ ਪਾਣੀ ਦੇ ਲੰਗਰ ਲਾ ਦਿੱਤੇ, ਦੁੱਧ ਦੀਆਂ ਬੋਤਲਾਂ ਅੰਡਰ ਕਾਸਟ ਦੇ ਦਿੱਤੀਆਂ। ਕਿਤੇ ਸੇਵਾ ਨਿਭਾ ਰਹੇ ਨੇ, ਕਿੰਨੀ ਵੱਡੀ ਗੱਲ ਹੈ। ਮੈਂ ਕਹਿੰਦਾ ਅੱਜ ਹੜ੍ਹ ਆਇਆ ਨਾ, ਇਹ ਵੀ ਰੱਬ ਦੇ ਸ਼ੁਕਰ ਕਰ ਰਹੇ ਨੇ ਪੰਜਾਬ ਵਾਲੇ, ਕਿ ਰੱਬਾ ਸਾਨੂੰ ਤਾਕਤ ਬਖਸ਼, ਤੇਰੀ ਇਸ ਆਏ ਹੜ੍ਹ ਨੂੰ ਵੀ ਅਸੀਂ ਸਾਰ ਸਕੀਏ। ਕਿਉਂਕਿ ਜਿਹਦੇ ਅੰਦਰ, ਮੈਂ ਕਹਿੰਦਾ ਇਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਰਗਾਂ 'ਚ ਹੀ ਐਸੀ ਗੱਲ ਪਾਈ ਹੈ, ਕੋਈ ਜਿਤਨਾ ਮਰਜ਼ੀ ਮਾੜਾ ਕਰੇ ਫਿਰ ਵੀ ਉਹਦੇ ਨਾਲ ਅਸੀਂ ਚੰਗਿਆਈ ਹੀ ਕਰਨਾ ਹੈ। ਤੁਹਾਨੂੰ ਕਦੀ ਰੱਬ ਨਾ ਕਰੇ ਸ਼ੂਗਰ ਹੋ ਜਾਏ ਨਾ, ਸ਼ੂਗਰ ਧਿਆਨ ਦੇਣਾ ਮੇਰੀ ਗੱਲ ਦਾ, ਡਾਕਟਰ ਕੋਲ ਜਾਓ ਤੇ ਡਾਕਟਰ ਤੁਹਾਨੂੰ ਟੈਸਟ ਕਰਾਉਣ ਤੋਂ ਬਾਅਦ ਪਤਾ ਲੱਗੇਗਾ ਸ਼ੂਗਰ ਹੈ, ਤੇ ਕੀ ਕਹਿੰਦਾ, ਕੀ ਪੁੱਛਦਾ, ਤੁਹਾਡੇ ਬਜ਼ੁਰਗਾਂ ਨੂੰ ਸ਼ੂਗਰ ਹੈਗੀ ਸੀ? ਡਾਕਟਰ ਇਹੀ ਪੁੱਛਦਾ ਨਾ। ਅਸੀਂ ਕਹਿੰਦੇ ਹਾਂ ਹੈਗੀ ਹੈ, ਸਾਡੇ ਦਾਦੀ ਨੂੰ, ਦਾਦੇ ਨੂੰ, ਜਾਂ ਜੋ ਵੀ ਹੈ। ਮੈਨੂੰ ਕਹਿਣ ਦੇਣਾ, ਜੇ ਉਹ ਸ਼ੂਗਰ ਦੀ ਇਹਦੀ ਪ੍ਰੋਬਲਮ ਆਉਂਦੀ ਹੈ ਅੰਦਰ, ਸਾਡੇ ਜੀਵਾਂ ਵਿੱਚ ਵੀ ਆਉਂਦੀ ਹੈ, ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਵੀ ਦਇਆ ਕਰਨ ਦੀ ਜਿਹੜੀ ਭਾਵਨਾ ਹੈ ਨਾ, ਉਹ ਸਾਨੂੰ ਵਿਰਾਸਤ ਵਿੱਚ ਨਾਲ ਮਿਲੀ ਹੈ। ਅੱਜ ਵੀ ਸਿੱਖ ਕਿਸੇ ਦਾ ਦਰਦ ਵੇਖ ਕੇ ਅੱਜ ਵੀ ਪਿੱਛੇ ਨਹੀਂ ਹਟਦਾ, ਮੌਕੇ ਦਾ ਫਾਇਦਾ ਨਹੀਂ ਉਠਾਉਂਦਾ ਸਿੱਖ। ਉਹ ਸਿੱਖ ਹੀ ਨਹੀਂ ਜੇ ਮੌਕੇ ਦਾ ਫਾਇਦਾ ਉਠਾ ਰਿਹਾ, ਕਿਸੇ ਗਰੀਬੀ ਦੇ ਉੱਤੇ ਫਾਇਦਾ ਉਠਾ ਰਿਹਾ। ਮੈਂ ਕਿਸੇ ਦਾ, ਮੇਰੇ ਨਾਲ ਕੋਈ ਗੁਰਸਿੱਖ ਪਿਆਰਾ ਸੀ, ਤੇ ਉਹਨੇ ਮਕਾਨ ਵੇਚਣਾ ਸੀ ਕਿਸੇ ਨੇ। ਧਿਆਨ ਦੇਣਾ ਸਾਧ ਸੰਗਤ, ਗੱਲਾਂ ਛੋਟੀਆਂ ਹੁੰਦੀਆਂ ਨੇ, ਬੜਾ ਕੁਝ ਦੇ ਕੇ ਜਾਂਦੀਆਂ ਨੇ। ਤੇ ਮਕਾਨ ਸੀ 1.25 ਕਰੋੜ ਦਾ।
तो वो बेचारे नूं लोड़ सी, मजबूरी सी, घर कोई ऐसा समा आ गया, हुण ध्यान देना। मीटिंग होई दास नाल उहदे बैठा सी, वो इत्थों तक मकान नूं 70 लाख तक देन आ गया। पर मैं कमाल है, मैं गुरसिख नूं धन मैं कहना, उस गुरसिख नूं कहंदा अज उहनूं नीड है, अज उहदी मैं नीड दा जे फायदा उठाया ना तो मैं गुरु नानक दे घर तो दूर हो जाऊंगा। उन्हें उसका सौदा 1.25 करोड़ च लिया। फिर उन्हें सौदा देने तो बाद एक गल कही उस वीर ने, सहजधारी सी, कहंदा जी मैं तुसी 70 कहंदे ना, मैं दे देना सी, मैनूं इन्नी लोड़ सी। कहंदा सी सिख लोड़ का फायदा नहीं उठांदा कदी। अज हड़ आए ने, तुसी देखो लोगों ने घरों ट्रालियां दे विच जो राशन जो कुछ घरों लभदा है, भावें वो कोई आया सी ना मीडिया वाला भी, तो उन्हें भी घर च पानी है सारा, उन्होंने भी चाह पिला रहे हैं। ये कहते ने गुरु दे सिख होंदे ने ऐसे, जिहड़ी उहदियां दातां नूं, उहदे हर समय नूं भुलदे नहीं ने। ते गुरु साहब इत्थे कहंदे ने, अंबर कुंजां कुरलियां बग बैठे आए जियो, सा धन चली सौरे क्या मूँह देसी अगे जाए जियो। कहंदे ने मनु इस गल दा बड़ा ही कुचज्जी, पातशाह कहंदे ने कुचज्जी हाँ, मैनूं इस गल दा फिक्र पिया है, मैं हुण विआह के सोहरे जाना है। सा धन चली सौरे, सौरे परमात्मा दे घर, क्या मूँह दैसी अगे जाए जियो, मैं अगे मुक्की मूँह लैके जावांगा। मैं लोगों नाल ठगी की, किसी दी मजबूरी का फायदा उठाया। एक गुरसिखो गुरमुखो, तुहानूं भी कदी इहो जिहे मौके मिल जाण ते गुरु नानक दी इस पढ़ाई नूं पढ़ लिया करो कि किसी दे मजबूरी का फायदा नहीं उठाना, अपना फायदा नहीं देखना। गुरसिख ते एक वो हस्ती है, वो शख्सियत है जिहड़ा ते इस तरह कह लो कि अपना आप गवाइए तां शो पाइए। गुरु नानक दे घर दी पढ़ाई पहला आए, पहला अपना आप गवा लो, आप ठेस खा लो, किसी दी मजबूरी का फायदा ना उठाओ। देखो गल्लां विचार ते पढ़ के मैं सीधी चली जावांगा, पर उहदे चों असीं तत्त भाव नहीं लवांगे तो उस शब्द की समझ नहीं आएगी। गुरु साहब कहंदे ने, सा धन चली सौरे, कहंदे ने ओ सोहरे कुचज्जी चली है, क्या मूँह देसी अगे जाए जियो। की मूँह लैके जाए, कुचज्जे ओगना दी भरी हुई है। ते महाराज अगों कहंदे सुत्ती सुत्ती झाल थिया, भुली वाटड़ी आस जियो। कहंदे ने माया दी निंदर विच, माया विच मस्त होके सुत्ती रही है सारी उम्र। कबीर साहब कहंदे ने, कबीर सुत्ता क्या करे, उठ के न जपे मुरार, एक दिन सोवन होएगो लांबे गोंड पसार। जिहड़े गफलत दी निंदर ही सुत्ते हुंदे ना, कबीर साहब कहंदे उठ जाओ भाई, उठ फरीदा, ऊजू साज सुबह निवाज गुजार, जो सिर साई ना निवे सो सिर कापुतार। उठ, उठ के उस प्रभु का नाम जप। ऐ ना होवे सुत्ती सुत्ती ही तेरा बुढ़ेपा ही कोल आ गया है, फिर तेरे को जपन नहीं होना। फिर ते की होएगा, नैनो नीर बहै तन खीना भये केस दुधवानी, रुदा कंठ शब्द नहीं उचरे अब क्या करे प्राणी। फिर ते जदों चिट्टा झोटा हो जाना है ते मुखों बोलन नहीं होना, कहेगा वाहिगुरू ते निकलेगा की, तन लिस्सा हो जाना है। नैनो नीर बहै, अखां तो पानी वगदा होएगा। तुसी देखो बजुर्ग ज़्यादा हो जाए बंदा, पानी अपने आप ही वगदा हुंदा है। पए केस दुधवानी, चिट्टा झाटा हो गया। रुदा कंठ शब्द नहीं उचरे, हुण पोतरे नूं बुलांदा, आवाज़ की देंदा, वो समझ ही नहीं आती। वो कहंदे सानूं ते तेरी गल ही बुढ़िया, तेरी गल ही समझ नहीं आ रही। वो अपनी गल ही नहीं समझा पैंदा। अब क्या करे प्राणी, हुण प्राणी दस की करेगा। मारे कहंदे सुत्ती सुत्ती झाल थिया, सौ सौ के बुढ़ेपा आ गया, तेनू पता ही नहीं लगा। पहले प्यार लगा थन दुध, दूजे माई बाप की सुध, तीजे भैया भाभी बेब, चौथे प्यार पन्नी खेड़, पंजवें खान पिया की दात, छेवें काम न पूछे दात, सतवां संज किया करवास, अठवें क्रोध हुआ तन्नास, नौवें धोले उपे शाह, दसवां दद्दा हुआ स्वा। नौवीं स्टेज से आके चिट्टा हो गया सब कुछ, फिर स्वा ही होना है ना। उस तो बाद स्वा मिट्टी मिट्टी च होनी है। तो सुत्ती सुत्ती उम्र सारी लंघा दी।
ਫਰੀਦਾ ਰਾਤ ਕਤੂਰੀ ਵੰਡੀਏ, ਸੁੱਤਿਆਂ ਮਿਲੇ ਨਾ ਭਾਓ, ਜਿੰਨਾ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੋ ਆਓ। ਜਿਹੜੇ ਨੀਂਦ ਵਿੱਚ ਹੀ ਸੁੱਤੇ ਨੇ ਉਹਨਾਂ ਨੂੰ ਰੱਬ ਕਿਵੇਂ ਮਿਲੇਗਾ? ਗੁਰੂ ਸਾਹਿਬ ਕਹਿੰਦੇ ਨੇ ਸੁੱਤਾ ਜਾਗ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਕਿਹੜੀ ਗਫਲਤ ਦੀ ਨਿੰਦਰ ਸੁੱਤਿਆਂ? ਉੱਠ ਜਾ ਹੁਣ। ਜੇ ਹੁਣ ਨਹੀਂ ਉੱਠਿਆ ਫਿਰ ਕਦ ਉੱਠੇਗਾ? ਫਿਰ ਤੇ ਲੰਬੇ ਗੋੜ ਪਸਾਰ ਕੇ ਸੁੱਤਾ ਰਹੀ, ਜਦ ਕਬਰਾਂ ਦੇ ਵਿੱਚ ਤੈਨੂੰ ਪਾਣਗੇ ਉੱਥੇ ਲੰਬੂ ਲਾਣਗੇ ਫਿਰ ਤੈਨੂੰ। ਤੋ ਮਹਾਰਾਜ ਕਹਿੰਦੇ ਨੇ ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਾਟੜੀ ਆਸ ਜੀਓ, ਤੈ ਸ਼ੈ ਨਾਲੋਂ ਮੁਤਿਆਸ, ਦੁੱਖਾਂ ਕੂ ਤਰਿਆਸ ਜੀਓ। ਜਦੋਂ ਤੂੰ ਸ਼ੈ ਦੇ ਨਾਲੋਂ ਮੁਤਿਆਸ ਭਾਵ ਵਿਛੜ ਜਾਏਂਗੀ। ਇਹ ਵਿਛੜਨਾ ਹੀ ਹੁੰਦਾ ਹੈ। ਜਦੋਂ ਰੱਬ ਨੂੰ ਤੁਸੀਂ ਚੇਤੇ ਨਹੀਂ ਕਰੋਗੇ, ਰੱਬ ਦੀਆਂ ਦਾਤਾਂ ਨਾਲ ਹੀ ਪਿਆਰ ਕਰੋਗੇ, ਸਮਝੋ ਰੱਬ ਤੋਂ ਵਿਛੜੇ ਹੋਏ ਹੋ। ਇਹ ਹੁਣ ਸਵੇਰੇ ਉੱਠ ਕੇ ਤੁਸੀਂ ਯਾਦ ਕਰ ਰਹੇ ਹੋ ਉਸ ਨੂੰ, ਉਸ ਦਾ ਥੈਂਕਸ ਕਰਨ ਵਾਸਤੇ ਬੈਠੇ ਹੋ। ਤਾਂ ਮਹਾਰਾਜ ਕਹਿੰਦੇ ਨੇ ਦੁੱਖਾਂ ਕੂ ਤਰਿਆਸ ਜੀਓ। ਜਦ ਉਹਦੇ ਤੋਂ ਵਿਛੜੇਂਗੇ ਤਾਂ ਤੈਨੂੰ ਦੁੱਖ ਹੀ ਤੇ ਆਣੇ ਨੇ। ਫਿਰ ਕਹਿੰਦਾ ਮੈਨੂੰ ਦੁੱਖ ਆ ਗਏ ਨੇ, ਦੁੱਖ ਤੇ ਆਣਗੇ ਹੀ। ਜਿਸ ਰੱਬ ਨੇ ਮਾਲਕ ਨੇ ਰਮਈਆ ਕੇ ਗੁੰਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਗਨ ਆਪਣੀ ਚੇਤੇ ਕਰ ਉਮਰ। ਉਸ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਸੀ, ਮੁਖ ਤਲੇ ਪੈਰ ਉੱਪਰੇ, ਵਸੰਦੋ ਘੋਥੜੇ ਥਾਏ। ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਦਰੇ ਜਿਸ ਦੇ ਨਾਏ। ਜਦੋਂ ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਸੀ ਤੇ ਉਸ ਵੇਲੇ ਅਰਦਾਸਾਂ ਕਰਦਾ ਸੀ, ਸੱਚੇ ਪਿਤਾ ਮੈਨੂੰ ਕੱਢ ਇਸ ਨਰਕ ਕੁੰਭੀ ਚੋਂ, ਮੈਂ ਸਵਾਸ ਸਵਾਸ ਨਾਮ ਜਪਾਂਗਾ। ਕਿੱਥੇ ਗਿਆ ਉਹ ਤੇਰਾ ਵਾਦਾ? ਤੂੰ ਸਵਾਸ ਸਵਾਸ ਕੀ, ਤੂੰ ਤੇ ਦਸਵੰਤ ਵੀ, 10ਵਾਂ ਹਿੱਸਾ ਵੀ ਨਹੀਂ ਨਾਮ ਜਪ ਰਿਹਾ। ਤੋ ਮਹਾਰਾਜ ਕਹਿੰਦੇ ਨੇ ਫਿਰ ਤੂੰ ਦੁਖੀ ਤੇ ਪਾਣੇ ਨੇ। ਹੁਣ ਮੈਂ ਕਿਸੇ ਕੋਲ ਪੈਸੇ ਲੈ ਆਵਾਂ ਤੁਹਾਡੇ ਕੋਲੋਂ ਆ ਕੇ, ਸੋਹਣੀਆਂ ਗੱਲਾਂ ਕਰਕੇ, ਮੈਂ ਕਹਾਂ ਜੀ 50,000 ਰੁਪਇਆ ਦੇ ਦਿਓ ਜਾਂ ਲੱਖ ਰੁਪਇਆ ਦੇ ਦਿਓ, ਮੈਨੂੰ ਲੋੜ ਹੈ, ਤੇ ਮੈਂ ਤੁਹਾਨੂੰ ਇਨ ਟਾਈਮ 1 ਹਫ਼ਤੇ ਬਾਅਦ ਵਾਪਸ ਕਰ ਦਾਂਗਾ। ਤੇ ਜਦ ਮਹੀਨੇ ਸਾਲੋਂ ਬੀਤ ਜਾਣ ਤੇ ਮੈਂ ਦਵਾਂ ਨਾ, ਤੇ ਫਿਰ ਮੇਰੀ ਕੀ ਹਾਲਤ ਹੋਏਗੀ? ਫਿਰ ਮੈਂ ਦੁਖੀ ਤੇ ਪਾਉਣੇ ਨੇ। ਇਹੀ ਵਾਅਦਾ ਕਰਕੇ ਅਸੀਂ ਪਰਮਾਤਮਾ ਦੇ ਇਸ ਸੰਸਾਰ ਵਿੱਚ ਆਏ ਹਾਂ। ਜਦੋਂ ਮਾਤਾ ਦੀ ਕੁੰਭੀ ਦੇ ਵਿੱਚ, ਕਈ ਦੇਖੋ ਗਰਭ ਦੇ ਵਿੱਚ ਹੀ ਖਤਮ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਹ ਪਰਮਾਤਮਾ ਦੇ ਆ, ਜੋ ਉਹਨਾਂ ਦੇ ਸਮਾਂ ਸੀ ਉੱਥੇ ਹੀ ਖਤਮ ਹੋ ਗਿਆ। ਪਰ ਤੇਰੀਆਂ ਅਰਦਾਸਾਂ, ਸਿਮਰਨ ਚੱਲ ਰਿਹਾ ਸੀ ਉਸ ਵੇਲੇ, ਤੂੰ ਸਿਮਰਨ ਤੋਂ ਹਟਿਆ ਨਹੀਂ। ਤੇ ਕੀ ਹੋਇਆ? ਤੂੰ ਅਰਦਾਸ ਕੀਤੀ ਤੇ ਨਰਕੁੰਭੀ ਤੋਂ ਬਾਹਰ ਆਇਆ ਸੰਸਾਰ ਵਿੱਚ, ਪਰ ਵਿੱਚੋਂ ਗਰਭੇ ਨਿਕਲ ਆਇਆ, ਕਸਮ ਵਿਸਾਰ ਦੁਨੀ ਚਿਤ ਲਾਇਆ। ਫਿਰ ਤੇਰਾ ਚਿੱਤ ਕਿੱਥੇ ਲੱਗ ਗਿਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਨੇ ਅਮਰ, ਉਹਦਾ ਹੁਕਮ ਵਰਤ ਗਿਆ ਮਾਇਆ ਦਾ। ਮਾਇਆ ਅਮਰ ਵਰਤਾਇਆ, ਅਮਰ ਮੀਨਸ ਹੁਕਮ, ਆਰਡਰ। ਉਸ ਮਾਇਆ ਦਾ ਆਰਡਰ ਵਰਤ ਗਿਆ। ਫਿਰ ਤੇ ਬਸ ਫਿਰ ਰਤਨ ਰੋਵੇ ਗਵਾਏ ਕੈ, ਮਾਇਆ ਮੋਹ ਅੰਧ ਗੁਬਾਰਾ। ਉਹ ਰੋਵੇ ਦੁੱਖ ਆਪਣਾ, ਹਾਸਸ ਪਵੇ ਪਰਵਾਰਾ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਬੱਚਾ ਬਾਹਰ ਆਉਂਦਾ ਰੋਂਦਾ ਹੈ। ਉਹ ਰੋਂਦਾ ਇਸ ਕਰਕੇ ਵੇ ਕਿ ਉਹ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ। ਤੇ ਪਰਿਵਾਰ ਵਾਲੇ ਵਧਾਈਆਂ ਦੇ ਰਹੇ ਹੁੰਦੇ ਨੇ, ਕੋਈ 1000 ਦਾ ਨੋਟ, ਕੋਈ 2000 ਦਾ ਨੋਟ, ਕੋਈ ਚੈਨੀ ਪਾ ਰਿਹਾ ਹੁੰਦਾ ਹੈ। ਉਹ ਦੁੱਖ ਰੋਵੇ ਆਪਣਾ। ਉਹ ਬੱਚਾ ਤੇ ਦੁੱਖ ਆਪਣਾ ਰੋ ਰਿਹਾ ਹੁੰਦਾ ਹੈ ਕਿ ਮੈਂ ਭਾਈ, ਮੈਂ ਸੰਸਾਰ ਵਿੱਚ ਆਇਆ, ਮੈਂ ਰੱਬ ਤੋਂ ਵਿਛੜ ਗਿਆ, ਮੇਰੇ ਤੋਂ ਤੇ ਹੁਣ ਬਸ ਅਮਰ ਖੇਡ ਵਰਤ ਗਈ, ਨੋਟਾਂ ਦੀ ਖੇਡ ਸ਼ੁਰੂ ਹੋ ਗਈ, ਵਧਾਈਆਂ ਸ਼ੁਰੂ ਹੋ ਗਈਆਂ। ਸਭ ਆਪਸ ਵਿੱਚ ਦਾਦਾ ਦਾਦੀ, ਨਾਨਾ ਨਾਨੀ, ਪਾਪਾ ਮੰਮੀ ਸਭ ਵਧਾਈਆਂ ਦੇ ਰਹੇ ਨੇ। ਪਰ ਉਸ ਵਧਾਈਆਂ ਦੇ ਵਿੱਚ ਕਹਿੰਦਾ ਮੈਂ ਤਾਂ ਰੋ ਰਿਹਾ। ਕਿਉਂ ਰੋ ਰਿਹਾ? ਕਿਉਂਕਿ ਮੈਂ ਰੱਬ ਤੋਂ ਹੁਣ ਵਿਛੜ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਦੇਖੋ ਗੁਰੂ ਨਾਨਕ ਪਾਤਸ਼ਾਹ ਸੀ ਜਿਹੜੇ ਰੋਂਦੇ ਨਹੀਂ ਆਏ। ਅਸੀਂ ਸਾਰੇ ਰੋਂਦੇ ਸੰਸਾਰ ਵਿੱਚ ਆਏ। ਬੱਚਾ ਰੋਵੇ ਨਾ ਤੇ ਉਹਨੂੰ ਫਿਰ ਮਾਰਦੀਆਂ ਨੇ ਜਦੋਂ ਪੈਦਾ ਹੁੰਦਾ ਨਾ ਨਰਸਾਂ, ਡਾਕਟਰ, ਕਿ ਬੱਚਾ ਰੋਵੇ। ਗੁਰੂ ਨਾਨਕ ਪਾਤਸ਼ਾਹ ਐਸੇ ਸਨ ਜਿਹੜੇ ਦਾਈ ਨੇ ਕਿਹਾ ਸੀ ਪਹਿਲਾ ਬਾਲਕ ਆਇਆ ਸੰਸਾਰ ਵਿੱਚ। ਮੈਂ ਕਿੰਨੇ ਹੀ 100 ਬੱਚਿਆਂ ਦੇ ਆਪਣੇ ਹੱਥੀਂ ਬੱਚਿਆਂ ਨੂੰ ਜਨਮ ਦਿੱਤਾ ਹੈ, ਸੇਵਾ ਕੀਤੀ ਹੈ, ਪਰ ਇਹ ਜਿਹੜਾ ਬਾਲਕ ਹੈ ਨਾ, ਇਹ ਹੱਸਦਾ ਆਇਆ ਹੈ ਕਿਉਂਕਿ ਮਾਂ ਗੁਰੂ ਨਾਨਕ ਪਾਤਸ਼ਾਹ ਦੀ ਲਿਵ ਪਰਮਾਤਮਾ ਤੋਂ ਛੁੱਟੀ ਨਹੀਂ ਸੰਸਾਰ ਵਿੱਚ ਆਉਣ ਤੋਂ ਬਾਅਦ। ਕਿੰਨੀ ਵੱਡੀ ਗੱਲ ਹੈ। ਅਸੀਂ ਸਾਰੇ ਕਿਉਂ ਰੋਂਦੇ ਆਏ ਹਾਂ? ਕਿਉਂਕਿ ਸਾਡੀ ਲਿਵ ਟੁੱਟ ਗਈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਤੈ ਸ਼ੈ ਨਾਲੋਂ ਮੁਤੀਅਸ, ਦੁੱਖਾਂ ਕੂ ਤਰਿਆਸ ਜੀਓ। ਜਦੋਂ ਮੈਂ ਤੇਰੇ ਤੋਂ ਵਿਛੜੀ ਤੇ ਮੈਨੂੰ ਦੁੱਖਾਂ ਨੇ ਆ ਕੇ ਘੇਰ ਲਿਆ। ਤੁਸੀਂ ਕਦੀ ਦੇਖੋ, ਜਦੋਂ ਵੀ ਅਸੀਂ ਪਰਮਾਤਮਾ ਤੋਂ ਵਿਛੜਨੇ ਆ, ਪਰਮੇਸ਼ਰ ਤੇ ਭੁੱਲੇ ਆ,
ਕੀ ਹੋਇਆ? ਵਿਆਪਨ ਸਭੇ ਰੋਗ, ਸਾਰੇ ਰੋਗ ਮੈਨੂੰ ਆ ਕੇ ਚਮੜ ਗਏ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਹੇ ਪਰਮਾਤਮਾ, ਤੁਸੀਂ ਗੁਣਾਂ ਨਾਲ ਭਰਪੂਰ ਹੋ ਤੇ ਮੈਂ ਅਵਗੁਣਾਂ ਦਾ ਭਰਿਆ ਹੋਇਆ ਵਾਂ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਾਣਾ। ਮੇਰੀ ਜਿਹੜੀ ਬਿਰਤੀ ਹੈ ਨਾ, ਮੇਰੀ ਬਿਰਤੀ ਪਤਾ ਕਿੱਥੇ ਖੜੀ ਹੈ? ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚਿਤ ਨਾ ਆਵਈ, ਕਿਉ ਛੂਟਾ ਮੇਰੇ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਮੇਰੇ ਔਗਣ ਸਾਰੇ ਬਖਸ਼ ਲੋ ਮਹਾਰਾਜ, ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ, ਆਪੇ ਤਰਸ ਪਿਓਈ। ਤੁਸੀਂ ਤਰਸ ਦੇ ਸਾਗਰ ਹੋ ਔਰ ਮੈਂ ਇੱਕ ਔਗਣਾ ਦਾ ਭਰਿਆ ਹੋਇਆ ਸਮੁੰਦਰ ਹੈ, ਜਿੰਨਾ ਪਾਣੀ ਉਹਨਾਂ ਮੇਰੇ ਚ ਔਗਣ ਨੇ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ, ਸਮੁੰਦਰ ਹੀ ਕਿੰਨਾ ਨੀਰ ਹੁੰਦਾ ਹੈ, ਮੇਰੇ ਔਗਣ ਇੰਨੇ ਨੇ। ਤਾਂ ਮਾਰੇ ਕਹਿੰਦੇ ਤੁਧ ਗੁਣ ਮੈਂ ਸਭ ਅਵਗਣਾ, ਮੇਰੇ ਚ ਸਭ ਔਗੁਣ ਨੇ, ਇੱਕ ਨਾਨਕ ਕੀ ਅਰਦਾਸ ਜੀਓ। ਇਹ ਨਾਨਕ ਦਾਸ ਅਰਦਾਸ ਕਰਦਾ ਹੈ ਜੀਓ, ਭਾਵ ਕਿ ਸਤਕਾਰ ਦੇ ਨਾਲ ਅਸੀਂ ਅਰਦਾਸ ਕਰਨੀ ਹੈ। ਕਿਹੜੀ? ਸਭ ਰਾਤੀ ਸੁਹਾਗਣ ਮੈਂ ਦੁਹਾਗਣ ਕਾਈ ਰਾਤ ਜੀਓ। ਮੈਂ ਵੇਖਣੀਆਂ ਜਿੰਨੀ ਭਾਗਾਂ ਵਾਲੀਆਂ ਨਾਮ ਜਪਣ ਵਾਲੀਆਂ ਇਸਤਰੀਆਂ ਨੇ, ਉਹ ਰੰਗ ਮਾਣਦੀਆਂ ਨੇ, ਤੇ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਉਹ ਇੱਕ ਰਾਤ ਨਾ ਮੈਨੂੰ ਵੀ ਬਖਸ਼ ਦਿਓ। ਕਿਉਂਕਿ ਅਸੀਂ ਵੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ। ਇੱਕ ਸੁਹਾਗਣ, ਜਦੋਂ ਹਰ ਇੱਕ ਇਸਤਰੀ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਸੁਹਾਗਣ ਬਣਾ ਤੇ ਉਹ ਸੁਹਾਗ ਰਾਤ ਦਾ ਆਨੰਦ ਲਵਾਂ, ਇਹੀ ਹੁੰਦਾ ਨਾ। ਤੇ ਮਹਾਰਾਜ ਕਹਿੰਦੇ ਨੇ ਕਰਮਹੀਨ ਤਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਮੈਂ ਵੀ ਕਰਮਾਂ ਤੋਂ ਸਖਣੀ ਕਰਮਹੀਨ ਆ, ਮੈਂ ਤੇਰੇ ਅੱਗੇ ਇੱਕ ਬੇਨਤੀ ਕਰ ਰਹੀ ਹਾਂ, ਕਦ ਨਾਨਕ ਆਵੇ ਵਾਰੀ, ਮੇਰੀ ਵਾਰੀ ਕਦੋਂ ਆਏਗੀ। ਮੇਰੇ ਸੁਹਾਗਣ, ਜਿਸ ਤਰ੍ਹਾਂ ਇੱਕ ਔਰਤ ਚੂੜਾ ਪਾ ਕੇ ਸ਼ਿੰਗਾਰ ਕਰਕੇ ਇੱਕ ਸੁਹਾਗਣ ਬਣਦੀ ਏ ਤੇ ਉਸ ਸੇਜਾ ਦਾ ਆਨੰਦ ਮਾਣਦੀ ਏ, ਤੇ ਉਹ ਮੈਂ ਵੀ ਜੀਵ ਰੂਪੀ ਇਸਤਰੀਆਂ, ਤੂੰ ਸਾਡਾ ਪਤੀ ਪਰਮੇਸ਼ਰ ਹੈ, ਅਸੀਂ ਤੇਰੇ ਨਾਲ ਵਿਆਹਣਾ ਹੈ, ਤੇ ਅਸੀਂ ਉਹ ਸੁਹਾਗਣ ਬਣ ਕੇ ਕਦੋਂ ਰੰਗ ਮਾਣਾਂਗੇ। ਹਮਾਰੇ ਕਹਿੰਦੇ ਨੇ ਕਰਮਹੀਨ, ਅੱਜ ਮੈਂ ਕਰਮਾਂ ਤੋਂ ਸਖਣੀ ਧਨ ਕਰੇ ਬੇਨੰਤੀ। ਇਹ ਧਨ ਪਰਮਾਤਮਾ, ਮੈਂ ਤੇਰੇ ਅੱਗੇ ਇਸਤਰੀ ਬੇਨਤੀ ਕਰ ਰਹੀ ਹਾਂ ਕਿ ਮੈਂ ਕਦੋਂ ਤੂੰ ਮੈਨੂੰ ਵਾਰੀ ਆਏਗੀ ਮੇਰੀ। ਮਾਰੇ ਕਹਿੰਦੇ ਨੇ ਸਭ ਸੁਹਾਗਣ ਮਾਣੇ ਰਲੀਆਂ, ਸਾਰੀਆਂ ਸੁਹਾਗਣ ਤੇ ਰਲੀਆਂ ਮਾਰਦੀਆਂ ਨੇ, ਇੱਕ ਦੇਵੋ ਰਾਤ ਮੁਰਾਰੀ, ਮੈਨੂੰ ਵੀ ਉਹ ਰਾਤ ਦੇ ਦਿਓ, ਮੈਂ ਵੀ ਉਸ ਸੇਜਾ ਦਾ ਆਨੰਦ ਮਾਣ ਸਕਾਂ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਇਸ ਕੁਚੱਜੀ ਬਾਣੀ ਦੇ ਅੰਦਰ ਇਹ ਦੱਸਿਆ ਕਿ ਮੈਂ ਆਪਣੇ ਚੱਜ ਕਰਕੇ, ਆਪਣੇ ਜੀਵਨ ਜਾਂਚ ਕਰਕੇ, ਪਰਮਾਤਮਾ ਤੋਂ ਵਿਛੜੀ ਹੋਈ ਔਗੁਣਾਂ ਦੀ ਭਰਪੂਰ ਮੈਂ ਅੱਜ ਤੇਰੇ ਦਰ ਤੇ ਝੋਲੀ ਅੱਡ ਕੇ ਆਈ ਹਾਂ। ਔਰ ਮੈਂ ਜਦ ਗੁਣਾਂ ਵਾਲਿਆਂ ਦੀ ਸੰਗਤ ਕਰਨੀ ਆ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਪਰਮਾਤਮਾ ਇਹ ਤੇ ਸਭ ਰੰਗ ਰਲੀਆਂ ਮਾਨ ਰਹੀਆਂ ਨੇ। ਜਦੋਂ ਵੀ ਰੀਸ ਕਰੋ ਨਾ, ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੀਆਂ ਰੀਸਾਂ ਕਰੋ, ਭੈੜਿਆਂ ਦੀ ਨਾ ਕਰੋ। ਕਿਉਂ? ਕਿਉਂਕਿ ਅਸੀਂ ਕੀ ਕਰਨੇ, ਅਸੀਂ ਭੈੜਿਆਂ ਦੀ ਰੀਸ ਕਰਨੇ ਆ। ਜੀ ਦੇਖੋ ਉਹ ਸ਼ਰਾਬ ਪੀਂਦਾ, ਉਹ ਵੀ ਅੰਮ੍ਰਿਤ ਛਕ ਕੇ ਸ਼ਰਾਬ ਪੀ ਰਿਹਾ ਹੈ, ਅਸੀਂ ਐਵੇਂ ਹੀ ਕਹਿੰਦੇ ਆ ਨਾ। ਨਹੀਂ, ਉਹ ਕੋ ਜੀ ਅੰਮ੍ਰਿਤ ਛਕ ਕੇ ਦੇਖੋ 1 ਵਜੇ ਉੱਠਦਾ ਹੈ। ਹਮੇਸ਼ਾ ਉੱਚੀ ਸੋਚ ਰੱਖੋ। ਤਾਂ ਮਹਾਰਾਜ ਕਹਿੰਦੇ ਨੇ ਜਦੋਂ ਮੈਂ ਔਗਣਾਂ ਦੀ ਭਰੀ ਹੋਈ ਤੇਰੇ ਦੁਆਰੇ ਆਈ ਹਾਂ, ਮੈਂ ਅਰਦਾਸ ਕਰ ਰਹੀ ਹਾਂ, ਉਹ ਰਾਤ ਮੈਨੂੰ ਵੀ ਦੇ ਦਿਓ, ਉਹ ਸਮਾਂ ਮੇਰੇ 'ਤੇ ਵੀ ਪਾ ਦਿਓ। ਅਤੇ ਮਹਾਰਾਜ ਕਹਿੰਦੇ ਨੇ ਜਦੋਂ ਕੁਚੱਜੀ ਨੇ ਅਰਦਾਸ ਕੀਤੀ, ਉਹਦੀ ਅਰਦਾਸ ਸੁਣੀ ਗਈ। ਗੁਰੂ ਨੇੜੇ ਹੋ ਕੇ ਅਰਦਾਸ ਸੁਣ ਲੈਂਦਾ ਹੈ, ਅਤੇ ਹੁਣ ਅਰਦਾਸ ਸੁਣੀ ਗਈ, ਉਹ ਵੀ ਸੁਚੱਜੀ ਬਣ ਗਈ। ਉਹ ਹੁਣ ਅਸੀਂ ਮਹਾਰਾਜ ਨੇ ਸਵਾਸ ਬਖਸ਼ੇ, ਅਤੇ ਅਗਲੇ ਹਫ਼ਤੇ ਉਸ ਸੁਚੱਜੀ ਬਾਰੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ, ਉਹ ਸੁਚੱਜੀ ਦੇ ਕੀ ਲੱਖਣ ਨੇ। ਜਿਸ ਤਰ੍ਹਾਂ ਅੱਜ ਕੁਚੱਜੀ ਦੇ ਅਸੀਂ ਸੁਣੇ ਨੇ ਨਾ, ਉਹ ਸੁਚੱਜੀ ਦੇ ਕੀ ਲੱਖਣ ਨੇ, ਉਹ ਮਹਾਰਾਜ ਅਗਲੀ ਬਾਣੀ ਵਿੱਚ ਦੱਸਣਗੇ। ਜਦੋਂ ਅਸੀਂ ਸੁਚੱਜੀ ਬਣ ਜਾਵਾਂਗੇ, ਹੁਣ ਅਸੀਂ ਚੈੱਕ ਕਰਨਾ ਅਸੀਂ ਕਿਹੜੇ ਕੈਟੇਗਰੀ ਵਿੱਚ ਹਾਂ, ਕੁਚੱਜੀ ਹਾਂ, ਸੁਚੱਜੀ ਹਾਂ। ਅਤੇ ਜਦੋਂ ਅਸੀਂ ਸੁਚੱਜੀ ਬਣ ਗਏ, ਫਿਰ ਅਸੀਂ ਗੁਣਾਂ ਵਾਲੇ, ਗੁਣ ਵੰਡਣ ਵਾਲੇ ਬਣ ਜਾਵਾਂਗੇ। ਉਹ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸ਼ਬਦ ਉਚਾਰਿਆ। ਉਸ ਤੋਂ ਬਾਅਦ ਤੁਸੀਂ ਦਰਸ਼ਨ ਕਰੋਗੇ ਲਾਵਾਂ ਦੇ, ਫਿਰ ਤਾਂ ਹੀ ਲਾਵਾਂ ਹੁੰਦੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੀਆਂ। ਤਾਂ ਮਹਾਰਾਜ ਇਤਨੀ ਸੇਵਾ ਮੇਰੀ ਪ੍ਰਵਾਨ ਕਰ ਲੈਣ।
आस है कि आपने जो जो भी सुनिया है गुरु का बचन जान के जरूर हिरदे च वसाओ। और कोई भी गलतियां भुल्लां नेकां मेरियां होईयां ने मैं एक्सैप्ट करना, वो मेरियां ने। कई बारी बिरती खिंड भी जाती है, पर गुरु साहब मेहर भरिया हथ रखन। जो जो भी असी संगत च कहा आप सारिਆਂ ने महाराज सब ते मेहर भरिया हथ रख के सब की हाज़री प्रवान कर लैनी। मेरियां भुल्लां मेरी झोली विच पा देना, बचन गुरु का जान के हिरदे विच